ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪੰਕਜ ਬੰਦਨ ਸਿਮਰਉ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਓ। ਗੁਰ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਰ ਧਾਰ ਪੁਨ ਪੁਸੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਣਕ ਭਗਤ ਬੈਰਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ। ਬੰਦੋਂ ਕਰ ਅਨਰਾਗ, ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਬੇਨਤੀ ਕਰ ਗਿਣਤੀ ਆਨ, ਰਾਖੋ ਆਪਣੇ ਨਿਤ ਸੁਜਾਨ। ਅਣਖ ਭਾਂਤ ਕੀ ਸੇਵਾ ਕਰੀ, ਸੁਣਤ ਬਚਨ ਦੁਬਦਾ ਸਭ ਹਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ
ਜੁਗੋ ਜੁਗ ਅਟਲ। 10 ਗੁਰੂ ਸਾਹਿਬਾਨ ਦੇ ਆਤਮਿਕ ਸਵਰੂਪ ਗਿਆਨ ਦੇ ਸਾਗਰ ਜਗਤ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹਨਾਂ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਤਿੰਨਾਂ ਦੇ ਚਰਨ ਛੋਹ ਵਸਾਏ ਹੋਏ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਜੀ ਵਿਖੇ ਸ਼ਾਮ ਦੇ ਵੇਲੇ ਦੇ ਦੀਵਾਨਾਂ ਦੀ ਆਰੰਭਤਾ ਹੋਈ ਹੈ। ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਸਭ ਤੋਂ ਪਹਿਲਾਂ ਅਸੀਂ ਗੁਰ ਇਤਿਹਾਸ ਸਰਵਣ ਕਰਦੇ ਹਾਂ। ਉਪਰੰਤ ਇਲਾਹੀ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਦੀ ਆਰੰਭਤਾ ਹੁੰਦੀ ਹੈ। ਆਓ ਸਤਿਗੁਰੂ ਜੀ ਰਹਿਮਤ ਕਰਨ, ਕਿਰਪਾ ਕਰਨ, ਇਕਾਗਰਤਾ ਸਹਿਤ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਭਰੀਏ, ਸਤ ਸੰਗਤ ਕਰੀਏ ਔਰ ਗੁਰੂ ਕੇ ਬਚਨ ਸੁਣ ਕੇ ਜੀਵਨ ਨੂੰ ਸਫਲਾ ਬਣਾਈਏ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਲੜੀਵਾਰ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰੂ ਜੀ ਕੁਝ ਸਮੇਂ ਤੋਂ ਸ੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਪਹੁੰਚੇ ਹੋਏ ਹਨ ਔਰ ਪਾਤਸ਼ਾਹ ਜੀ ਦੇ ਨਾਲ ਉਹਨਾਂ ਦਾ ਪਰਿਵਾਰ ਹੈ ਔਰ ਇਸ ਜਗ੍ਹਾ 'ਤੇ ਸਤਿਗੁਰਾਂ ਨੇ ਰਹਿ ਕਰਕੇ ਬੇਅੰਤ ਜੀਵਾਂ ਦਾ ਭਲਾ ਕੀਤਾ ਹੈ ਔਰ ਬਾਬਾ ਬੁੱਢਣ ਸ਼ਾਹ ਨੂੰ ਦਰਸ਼ਨ ਦੀਦਾਰੇ ਦੇ ਕਰਕੇ ਉਹਦੀ ਮੁਕਤੀ ਕੀਤੀ ਹੈ, ਉਹਨੇ ਸਰੀਰ ਤਿਆਗਿਆ ਹੈ ਔਰ ਪਾਤਸ਼ਾਹ ਜੀ ਨੇ ਬਾਬਾ ਬੁੱਢਣ ਸ਼ਾਹ ਦੇ ਸਰੀਰ ਦੀ ਅੰਤਮ ਕਿਰਿਆ ਵੀ ਕੀਤੀ ਹੈ ਔਰ ਹੁਣ ਪਾਤਸ਼ਾਹ ਜੀ ਸ੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਰਹਿ ਰਹੇ ਹਨ। ਤੇ ਇਸ ਸਮੇਂ ਗੁਰੂ ਕੇ ਚਰਨਾਂ ਦੇ ਵਿੱਚ 2 ਸਿੱਖ ਪਹੁੰਚੇ ਔਰ ਇਹ ਆਏ ਹਨ। ਇਹਨਾਂ ਦਾ ਇਲਾਕਾ ਦੱਖਣ ਵਾਲੇ ਪਾਸੇ, ਲੰਕਾ ਵਾਲੇ ਪਾਸੇ ਹੈ। ਇਤਨੇ ਦੂਰ ਤੋਂ ਚੱਲ ਕੇ ਆਏ ਹਨ। ਇਸ ਇਲਾਕੇ ਦੇ ਵਿੱਚ ਕਦੇ ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਗਏ ਸਨ। ਰਾਜਾ ਸ਼ਿਵਨਾਭ ਜਿਹੜਾ ਸੀਗਾ ਗਰੀਬ ਨਿਵਾਜ ਸਤਿਗੁਰੂ ਜੀ ਉਹਨੂੰ ਤਾਰਨ ਵਾਸਤੇ, ਦਰਸ਼ਨ ਦੀਦਾਰੇ ਦੇਣ ਵਾਸਤੇ ਇਸ ਜਗ੍ਹਾ 'ਤੇ ਕਦੇ ਪਹੁੰਚੇ ਸਨ। ਇੱਥੇ ਫਿਰ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਸੰਗਲਾ ਦੀ ਇਸ ਇਲਾਕੇ ਦੇ ਵਿੱਚ ਲੰਮਾ ਸਮਾਂ ਰਹੇ। ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੱਜੇ ਅੱਜ ਵੀ ਭਾਰਤ ਦੇ ਕਈ ਕੋਨਿਆਂ ਦੇ ਵਿੱਚ ਜਾਂ ਭਾਰਤ ਤੋਂ ਬਾਹਰ ਸਰਹੱਦਾਂ ਬਣ ਗਈਆਂ ਹਨ। ਪਹਿਲਾਂ ਥੋੜ੍ਹਾ ਜਿਹਾ ਮਾਹੌਲ ਗੁਰੂ ਨਾਨਕ ਸਾਹਿਬ ਜੀ ਗਏ, ਅੱਜ ਵੀ ਭਾਵੇਂ ਉਹਨਾਂ ਦੇ ਨਾਲ ਹੁਣ ਸੰਬੰਧ ਕਈ ਵਾਰੀ ਟੁੱਟ ਵੀ ਗਿਆ ਹੈ, ਨਹੀਂ ਵੀ ਜੁੜਿਆ, ਪਰ ਬੜੀ ਵਾਰ ਪਤਾ ਲੱਗਦਾ ਹੈ ਕਿ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਗਏ ਸਨ ਉੱਥੇ ਉੱਥੇ ਅੱਜ ਵੀ ਸਿੱਖ ਮੌਜੂਦ ਹਨ। ਉਹਨਾਂ ਦੀ ਅੰਸ਼ ਵੰਸ਼ ਗਾਂ ਪਰਿਵਾਰ ਚੱਲਦੇ ਹਨ। ਬੜੀ ਵਾਰ ਵਿਦਵਾਨ ਸੱਜਣ ਕਈ ਯਾਤਰੀ ਜਿਹੜੇ ਹਨ ਉਹ ਉਹਨਾਂ ਦੇ ਨਾਲ ਮਿਲਦੇ ਹਨ। ਹੁਣ ਇੱਥੋਂ ਇੱਕ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਸੁਨੇਹਾ ਆਇਆ ਹੈ, ਇਹ ਪਾਤਸ਼ਾਹ ਅਸੀਂ ਸੁਣਿਆ ਹੈ
ਕਿ ਜੈਸੇ ਗੁਰੂ ਨਾਨਕ ਸਾਹਿਬ ਜੀ ਦਰਸ਼ਨ ਦੀਦਾਰੇ ਦੇ ਕਰਕੇ ਜਗਤ ਜਲੰਦੇ ਨੂੰ ਤਾਰਦੇ ਸਨ, ਦੂਰ ਨੇੜੇ ਜਾ ਕਰਕੇ ਨਿਹਾਲ ਕਰਦੇ ਸਨ। ਬਹੁਤ ਲੰਮਾ ਸਮਾਂ ਹੋ ਗਿਆ ਹੈ ਅਸੀਂ ਗੁਰੂ ਨਾਨਕ ਸਾਹਿਬ ਜੀ ਤੋਂ ਸਿੱਖੀ ਗ੍ਰਹਿਣ ਕੀਤੀ ਹੈ। ਬਹੁਤ ਵੱਡੀ ਭਾਵਨਾ ਸ਼ਰਧਾ ਮਨਾਂ ਦੇ ਵਿੱਚ, ਔਰ ਹੁਣ ਇੱਛਾ ਹੈ ਕਿ ਤੁਸੀਂ ਦਰਸ਼ਨ ਦੀਦਾਰੇ ਬਖਸ਼ੋ, ਇੱਧਰ ਆਓ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸੇਵਕ ਪਹੁੰਚੇ ਹਨ। ਸਤਿਗੁਰਾਂ ਨੇ ਚਿੱਠੀ ਨੂੰ ਪੜ੍ਹਿਆ, ਵਿਚਾਰਿਆ ਕਿ ਸੰਗਤਾਂ ਦੇ ਵਿੱਚ ਬਹੁਤ ਵੱਡਾ ਸਨੇਹ ਹੈ, ਪਿਆਰ ਹੈ, ਸੰਗਤਾਂ ਯਾਦ ਕਰ ਰਹੀਆਂ ਹਨ। ਹੁਣ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਮਾਂ ਵਿਚਾਰਿਆ। ਪਹਿਲਾਂ ਮਾਹੌਲ ਕੁਝ ਹੋਰ ਸਨ, ਪਰ ਹੁਣ ਪਾਤਸ਼ਾਹ ਜੀ ਨੇ ਸ਼ਸਤਰ ਪਹਿਨ ਲਏ ਹਨ, ਜੰਗ ਯੁੱਧ ਹੋ ਰਹੇ ਹਨ। ਇਸ ਕਰਕੇ ਹਾਲਾਤ ਨੂੰ ਮੁੱਖ ਰੱਖਦਿਆਂ ਹੋਇਆਂ ਗਰੀਬ ਨਿਵਾਜ ਛੇਵੇਂ ਪਾਤਸ਼ਾਹ ਜੀ ਨੇ ਫਿਰ ਬਾਬਾ ਬਿਧੀ ਚੰਦ ਜੀ ਨੂੰ ਕੋਲ ਸੱਦਿਆ ਹੈ। ਕਹਿਣ ਲੱਗੇ, ਹੇ ਬਾਬਾ ਬਿਧੀ ਚੰਦ ਜੀ, ਜਾਓ ਤੁਸੀਂ ਸੰਗਤਾਂ ਤੱਕ ਪਹੁੰਚੋ, ਉਹਨਾਂ ਨੂੰ ਗੁਰੂ ਘਰ ਦੀ ਕੀਰਤੀ ਦੇ ਨਾਲ, ਬੰਦਗੀ ਦੇ ਨਾਲ ਜੋੜੋ, ਉਪਦੇਸ਼ ਬਖਸ਼ੋ ਔਰ ਉਹਨਾਂ ਦੇ ਅੰਦਰ ਗੁਰਸਿੱਖੀ ਨੂੰ ਪਰਪੱਕ ਕਰੋ। ਸਤਿਗੁਰਾਂ ਨੇ ਬਾਬਾ ਬਿਧੀ ਚੰਦ ਜੀ ਨੂੰ ਪ੍ਰਚਾਰ ਵਾਸਤੇ ਭੇਜਿਆ ਹੈ। ਬਾਬਾ ਬਿਧੀ ਚੰਦ ਜੀ ਸਤਿਗੁਰਾਂ ਦੀ ਆਗਿਆ ਦੇ ਵਿੱਚ ਬਾਬਾ ਬਿਧੀ ਚੰਦ ਜੀ ਗਏ ਤੇ ਸਭ ਤੋਂ ਪਹਿਲਾਂ ਇਹ ਹੁਣ ਜਿਹਨੂੰ ਆਪਾਂ ਯੂਪੀ ਕਹਿੰਦੇ ਹਾਂ, ਉਸ ਇਲਾਕੇ ਦੇ ਵਿੱਚੋਂ ਬਾਬਾ ਬਿਧੀ ਚੰਦ ਜੀ ਗੁਜ਼ਰ ਰਹੇ ਹਨ ਤੇ ਇੱਕ ਦੇਵਨਗਰ ਇੱਕ ਅਸਥਾਨ ਆਇਆ ਹੈ, ਇੱਕ ਜਗ੍ਹਾ ਆਈ ਹੈ ਜਿੱਥੇ ਇੱਕ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਦੇ ਵਿੱਚ ਇੱਥੇ ਕੁਝ ਸਿੱਖ ਸਨ ਜਿੱਥੇ ਬਾਬਾ ਬਿਧੀ ਚੰਦ ਜੀ ਪਹੁੰਚੇ ਹਨ, ਆਏ ਹਨ। ਇੱਕ ਜਗ੍ਹਾ 'ਤੇ ਬੈਠ ਕੇ ਜੰਗਲ ਦੇ ਵਿੱਚ ਇੱਕ ਨਗਰ ਦੇ ਆਸ-ਪਾਸ ਬਹੁਤ ਵੱਡੀ ਮਹਿਮਾ ਬਾਬਾ ਬਿਧੀ ਚੰਦ ਜੀ ਦੀ ਹੋਈ ਹੈ। ਉੱਥੇ ਨੇੜੇ ਹੀ ਇੱਕ ਸੁੰਦਰ ਸਾ ਫਕੀਰ ਜਿਹੜਾ ਹੈ ਉਹ ਰਹਿੰਦਾ ਹੈ, ਬਹੁਤ ਅਜ਼ਮਤਾਂ ਦਾ, ਕਰਨੀਆਂ ਦਾ ਮਾਲਕ ਹੈ। ਇੱਥੋਂ ਤੱਕ ਕਿ ਇਹ ਪਸ਼ੂਆਂ ਨੂੰ ਵੀ, ਆਪਣੇ ਜਾਨਵਰਾਂ ਨੂੰ ਵੀ ਆਪਣੇ ਵੱਸ ਦੇ ਵਿੱਚ ਕਰ ਲੈਂਦਾ ਹੈ। ਬੜਾ ਕਰਾਮਾਤੀ ਹੈ। ਹੁਣ ਇਹਨੂੰ ਪਤਾ ਲੱਗਿਆ ਕਿ ਇੱਕ ਕੋਈ ਮਹਾਤਮਾ, ਇੱਕ ਸੰਤ ਆਇਆ ਬੈਠਾ ਹੈ ਜਿਹਦੀ ਬਹੁਤ ਵੱਡੀ ਕੀਰਤੀ ਹੈ, ਸੰਗਤ ਬੜੀ ਪ੍ਰਭਾਵਿਤ ਹੋਈ ਹੈ, ਲੋਕ ਉਸਤਤ ਕਰ ਰਹੇ ਹਨ। ਇਹਨੇ ਇੱਕ ਸ਼ੇਰ ਲਿਆ। ਸੁੰਦਰ ਸ਼ਾਹ ਜਿਹੜਾ ਫਕੀਰ ਹੈ ਮਨ ਦੇ ਵਿੱਚ ਸੋਚਦਾ ਹੈ ਕੋਈ ਪਖੰਡੀ ਆਇਆ ਹੋਏਗਾ ਤੇ ਜਦੋਂ ਸ਼ੇਰ ਨੂੰ ਦੇਖੇਗਾ ਦੌੜ ਜਾਏਗਾ, ਭੱਜ ਜਾਏਗਾ। ਤੇ ਹੁਣ ਇੱਕ ਸ਼ੇਰ ਨੂੰ ਨਾਲ ਲੈ ਕਰਕੇ ਇੱਕ ਫਕੀਰ ਜਿਹੜਾ ਹੈ, ਬੜੀਆਂ ਅਜ਼ਮਤਾਂ ਦਾ ਮਾਲਕ ਜਿਹੜਾ ਹੈ, ਉਹ ਬਾਬਾ ਬਿਧੀ ਚੰਦ ਜੀ ਵਾਲੇ ਪਾਸੇ ਆਇਆ। ਪਹਿਲੇ ਸਮਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਵੀ ਜਿਨ੍ਹਾਂ ਦੇ ਕੋਲ ਜ਼ਿਆਦੀਆਂ ਕਰਾਮਾਤਾਂ ਹੁੰਦੀਆਂ ਸਨ, ਰਿੱਧੀਆਂ ਸਿੱਧੀਆਂ, ਉਹਨੂੰ ਹੀ ਵੱਡਾ ਗੁਰੂ, ਪੈਗੰਬਰ, ਪੀਰ ਆਖਿਆ ਜਾਂਦਾ ਸੀਗਾ। ਜਿੰਨੀਆਂ ਵੱਧ ਕਰਾਮਾਤਾਂ ਹੋਣੀਆਂ ਓਨਾ ਹੀ ਵੱਡਾ ਗੁਰੂ ਹੈ, ਓਨਾ ਵੱਡਾ ਪੈਗੰਬਰ ਹੈ। ਹੁਣ ਇਹਦੀ ਵੀ ਕੀਰਤੀ ਸੀਗੀ, ਸੁੰਦਰ ਸ਼ਾਹ ਫਕੀਰ ਦੀ ਵਡਿਆਈ ਸੀਗੀ ਇਲਾਕੇ ਦੇ ਵਿੱਚ। ਪਰ ਜਦੋਂ ਦੇ ਬਾਬਾ ਬਿਧੀ ਚੰਦ ਜੀ ਆਏ ਹਨ, ਗੁਰਸਿੱਖੀ ਦਾ ਮਾਰਗ ਦੱਸਦੇ ਹਨ, ਸੰਗਤਾਂ ਜੁੜਦੀਆਂ ਹਨ। ਹੁਣ ਇਹ ਈਰਖਾ ਕਰਦਾ ਹੋਇਆ ਮਨ ਦੇ ਵਿੱਚ ਪਰਖ ਕਰਨ ਵਾਸਤੇ ਕਿ ਮੈਂ ਦੇਖਾਂ ਕੌਣ ਹੈ, ਇੱਕ ਸ਼ੇਰ ਨੂੰ ਲੈ ਕਰਕੇ ਆਇਆ ਤੇ ਕੋਲ ਆ ਕਰਕੇ ਬਾਬਾ ਬਿਧੀ ਚੰਦ ਜੀ ਨੂੰ ਡਰਾਉਣ ਲੱਗਿਆ। ਜਿਹੜੀ ਸੰਗਤ ਕੋਲ ਬੈਠੀ ਸੀ, ਲੋਕ ਸਨ, ਉਹ ਉਸੇ ਵੇਲੇ ਨਗਰਾਂ ਨੂੰ ਦੌੜ ਗਏ। ਬਾਬਾ ਬਿਧੀ ਚੰਦ ਜੀ ਇਕੱਲੇ ਬੈਠੇ ਰਹੇ ਤੇ ਇਹਨੇ ਸ਼ੇਰ ਬਾਬਾ ਬਿਧੀ ਚੰਦ ਜੀ ਦੇ ਨੇੜੇ ਕੀਤਾ ਹੈ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਵੀ ਆਪਾਂ ਸਰਵਣ ਕਰ ਰਹੇ ਸੀ ਕਿ ਗੁਰੂ ਕੇ ਸਿੱਖ ਜੈਸੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸ਼ੇਰਾਂ ਦੇ ਸ਼ਿਕਾਰ ਕਰਦੇ ਸਨ, ਮਨ ਦੇ ਵਿੱਚ ਭੋਰਾ ਵੀ ਡਰ ਨਹੀਂ ਹੈ, ਤਗੜੇ ਸ਼ਸਤਰ ਧਾਰਨ ਕੀਤੇ ਸਨ। ਜਿੱਥੇ ਜਿੱਥੇ ਕਈ ਵਾਰੀ ਕੋਈ ਬੇਨਤੀ ਕਰਦਾ ਸੀਗਾ ਕਿ ਪਾਤਸ਼ਾਹ ਆਹ ਜੰਗਲੀ ਜਾਨਵਰ ਸਾਨੂੰ ਤੰਗ ਕਰਦਾ ਹੈ, ਪਰੇਸ਼ਾਨ ਕਰਦਾ ਹੈ, ਨਗਰ ਵਾਲਿਆਂ ਨੂੰ ਸੁਖੀ ਵਸਣ ਨਹੀਂ ਦਿੰਦਾ, ਬੱਚਿਆਂ ਦਾ, ਪੁਰਸ਼ਾਂ ਦਾ ਪਿੰਡਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੈ, ਜੰਗਲੀ
ਇਲਾਕੇ ਬਹੁਤੇ ਹੁੰਦੇ ਸਨ। ਉੱਥੇ ਉੱਥੇ ਜਾ ਕਰਕੇ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਦੌਰਾਨ ਬੜੇ ਸ਼ੇਰਾਂ ਦਾ ਸ਼ਿਕਾਰ ਕੀਤਾ, ਜਿਹੜੇ ਸ਼ੇਰ ਬੜੇ ਖਤਰਨਾਕ ਸਨ। ਹੁਣ ਇਸੇ ਤਰ੍ਹਾਂ ਗੁਰੂ ਕੇ ਸਿੱਖ ਵੀ ਪਾਤਸ਼ਾਹ ਜੀ ਦੇ ਵਾਂਗ ਬਹਾਦਰ ਹਨ। ਸ਼ੇਰਾਂ ਦਾ ਡਰ ਉਹਨਾਂ ਦੇ ਮਨ ਦੇ ਵਿੱਚ ਵੀ ਨਹੀਂ ਹੈ। ਹੁਣ ਬਾਬਾ ਬਿਧੀ ਚੰਦ ਜੀ ਦੇ ਕੋਲ ਜਦੋਂ ਇਹ ਸ਼ੇਰ ਨੂੰ ਲੈ ਕਰਕੇ ਆਇਆ, ਸਾਰੇ ਲੋਕ ਗਏ, ਬਾਬਾ ਬਿਧੀ ਚੰਦ ਜੀ ਬੈਠੇ ਰਹੇ ਤੇ ਬਾਬਾ ਬਿਧੀ ਚੰਦ ਜੀ ਨੇ ਵੀ ਅੱਗੋਂ ਨਿਗਾਹ ਟਿਕਾ ਕੇ ਸ਼ੇਰ ਨੇੜੇ ਆਇਆ, ਪਰ ਬਾਬਾ ਬਿਧੀ ਚੰਦ ਜੀ ਖੜੇ ਰਹੇ ਸਾਹਮਣੇ। ਤੇ ਸ਼ੇਰ ਵੀ ਉਸ ਜਗ੍ਹਾ ਤੇ ਖੜ ਗਿਆ, ਅੱਗੇ ਨਹੀਂ ਵਧਿਆ ਹੈ। ਸੁੰਦਰ ਸ਼ਾਹ ਜਿਹੜਾ ਫਕੀਰ ਹੈ, ਵਾਰ-ਵਾਰ ਸ਼ੇਰ ਨੂੰ ਤਾੜਦਾ ਹੈ, ਅੱਗੇ ਕਰਦਾ ਹੈ, ਪਰ ਸ਼ੇਰ ਅੱਗੇ ਨਾ ਹੋਇਆ। ਆਖਰਕਾਰ ਉਹਨੂੰ ਪਤਾ ਲੱਗ ਗਿਆ ਕਿ ਇਹ ਕੋਈ ਡਰਨ ਵਾਲਾ ਨਹੀਂ ਹੈ, ਇਹ ਡਰਪੋਕ ਨਹੀਂ ਹੈ, ਔਰ ਇਹ ਵੀ ਮੇਰੇ ਨਾਲੋਂ ਕਿਤੇ ਵੱਧ ਅਜ਼ਮਤਾਂ ਦਾ ਮਾਲਕ ਲੱਗਦਾ ਹੈ ਮੈਨੂੰ, ਜਿਹਦੇ ਮਨ ਦੇ ਵਿੱਚ ਭੋਰਾ ਵੀ ਡਰ ਨਹੀਂ ਹੈ। ਬਾਬਾ ਬਿਧੀ ਚੰਦ ਉੱਥੇ ਹਨ ਤੇ ਇਹ ਜਿਹੜਾ ਫਕੀਰ ਸੀਗਾ, ਜਿਹੜਾ ਬਾਬਾ ਬਿਧੀ ਚੰਦ ਜੀ ਨੂੰ ਡਰਾਉਣ ਵਾਸਤੇ ਆਇਆ ਹੈ, ਜਦੋਂ ਆ ਕਰਕੇ ਬਾਬਾ ਬਿਧੀ ਚੰਦ ਜੀ ਨੂੰ ਮਿਲਿਆ, ਬਾਬਾ ਬਿਧੀ ਚੰਦ ਜੀ ਦੇ ਦਰਸ਼ਨ ਕੀਤੇ ਤੇ ਇਹ ਖੁਸ਼ ਹੋਇਆ ਹੈ, ਪ੍ਰਸੰਨ ਹੋਇਆ ਹੈ। ਤੇ ਇਸ ਤੋਂ ਬਾਅਦ ਆਪਸ ਦੇ ਵਿੱਚ ਕੁਝ ਸਮਾਂ ਇਹਨਾਂ ਦੀਆਂ ਵਿਚਾਰਾਂ, ਕਿਉਂਕਿ ਇਹ ਜਿਹੜਾ ਫਕੀਰ ਹੈ ਇਹ ਅਜ਼ਮਤਾਂ ਦੇ ਨਾਲ, ਕਰਾਮਾਤਾਂ ਦੇ ਨਾਲ ਜੁੜਿਆ ਹੋਇਆ ਹੈ ਤੇ ਗੁਰੂ ਘਰ ਦਾ ਇਹ ਸਿਧਾਂਤ ਨਹੀਂ ਹੈ। ਬਾਬਾ ਬਿਧੀ ਚੰਦ ਜੀ ਫਿਰ ਇਹਨੂੰ ਪ੍ਰੇਰਨਾ ਦਿੰਦੇ ਹਨ ਕਿ ਭਾਈ ਬੰਦਗੀ ਦੇ ਨਾਲ ਜੁੜੋ, ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੋ। ਜਿਸ ਤਰ੍ਹਾਂ ਕਦੇ ਮੁਲਤਾਨ ਦੇ ਜਿਹੜੇ ਫਕੀਰ ਸਨ, ਗੁਰੂ ਨਾਨਕ ਸਾਹਿਬ ਜੀ ਨੂੰ ਦੇਖ ਕਰਕੇ ਉਹ ਵੀ ਈਰਖਾ ਦੇ ਵਸ ਦੇ ਵਿੱਚ ਹੋ ਗਏ ਸਨ। ਇਹ ਪਾਤਸ਼ਾਹ, ਅਸੀਂ ਤਾਂ ਪਹਿਲਾਂ ਹੀ ਇਸ ਤਰ੍ਹਾਂ ਕਈ ਧਾਰਮਿਕ ਪੁਰਸ਼ ਇੱਥੇ ਰਹਿੰਦੇ ਆ, ਤੁਸੀਂ ਇੱਕ ਹੋਰ ਆ ਗਏ ਹੋ। ਤੇ ਸਤਿਗੁਰਾਂ ਦੇ ਅੱਗੇ ਉਹਨਾਂ ਨੇ ਪਿਆਲਾ ਦੁੱਧ ਦਾ ਭਰ ਕੇ ਰੱਖਿਆ ਸੀਗਾ, ਕਹਿਣ ਤੋਂ ਭਾਵ ਕਿ ਇੱਥੇ ਅੱਗੇ ਧਾਰਮਿਕ ਪੁਰਸ਼ਾਂ ਦੀ ਕੋਈ ਕਮੀ ਨਹੀਂ ਹੈ। ਇੱਕ ਸੰਕੇਤ ਸੀਗਾ ਦੁੱਧ ਦਾ ਪਿਆਲਾ। ਸਤਿਗੁਰਾਂ ਨੇ ਚਮੇਲੀ ਦਾ ਛੋਟਾ ਜਿਹਾ ਫੁੱਲ ਉੱਪਰ ਰੱਖ ਕੇ ਆਖਿਆ ਸੀਗਾ ਕਿ ਅਸੀਂ ਤਾਂ ਨਿਰਲੇਪ ਰਹਿਣਾ ਹੈ, ਅਸੀਂ ਹਮੇਸ਼ਾ ਨਹੀਂ ਰਹਿਣਾ, ਔਰ ਨਿਰਲੇਪ ਰਹਿ ਕਰਕੇ ਉਪਦੇਸ਼ ਦੇ ਕਰਕੇ ਅਗਾਂਹ ਚਲੇ ਜਾਣਾ ਹੈ। ਸਹਿ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਜਗਤ ਜਲੰਦੇ ਨੂੰ ਤਾਰ ਰਹੇ ਸਨ ਤੇ ਕਈਆਂ ਨੇ ਈਰਖਾ ਕੀਤੀ, ਪਰ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਆਖਰਕਾਰ ਸਾਰੇ ਜੁੜ ਗਏ, ਝੁਕ ਗਏ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ। ਹੁਣ ਇੱਥੇ ਵੀ ਇਹ ਫਕੀਰ ਜਿਹੜਾ ਹੈ, ਗੁਰੂ ਕੇ ਪਿਆਰੇ ਬਾਬਾ ਬਿਧੀ ਚੰਦ ਜੀ ਨੂੰ ਦੇਖ ਕੇ ਇੱਕ ਵਾਰੀ ਈਰਖਾ ਦੇ ਵਿੱਚ ਆਇਆ ਹੈ, ਪਰ ਬਚਨ ਬਿਲਾਸ ਸੁਣ ਕੇ ਕੋਲ ਆ ਕਰਕੇ ਨਿਹਾਲ ਹੋਇਆ ਹੈ ਤੇ ਫਿਰ ਬਾਬਾ ਬਿਧੀ ਚੰਦ ਜੀ ਨਾਲ ਕੁਝ ਸਮਾਂ ਵਿਚਾਰਾਂ ਕਰਦਾ ਹੈ। ਆਓ ਇਸ ਤੋਂ ਜਿਹੜਾ ਅਗਲੇ ਦਾ ਇਤਿਹਾਸ ਹੈ, ਭਾਵਨਾ ਸਹਿਤ ਸਰਵਣ ਕਰੀਏ, ਕਿਵੇਂ ਬਾਬਾ ਬਿਧੀ ਚੰਦ ਜੀ ਫਿਰ ਗੁਰਸਿੱਖੀ ਦਾ ਮਾਰਗ ਦੱਸਦੇ ਹਨ ਔਰ ਇਹਨੂੰ ਗੁਰੂ ਘਰ ਦੇ ਨਾਲ ਜੋੜਦੇ ਹਨ, ਗੁਰੂ ਘਰ ਦੀ ਸਿਫਤ ਕਰਦੇ ਹਨ। ਆਓ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਅਦਬ ਸਤਿਕਾਰ ਸਹਿਤ ਇੱਕ ਵਾਰੀ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਹੁਣ ਉਹ ਜਿਹੜਾ ਫਕੀਰ ਸੀਗਾ, ਆਖਰਕਾਰ ਬਾਬਾ ਬਿਧੀ ਚੰਦ ਨੂੰ ਦੇਖ ਕੇ ਹੈਰਾਨ ਹੋਇਆ, ਝੁਕ ਗਿਆ ਅੱਗੇ। ਤੇ ਹੁਣ ਮਨ ਦੇ ਵਿੱਚ ਜਿਹੜੀਆਂ ਬੜੀਆਂ ਗਿਣਤੀਆਂ ਮਿਣਤੀਆਂ ਸੀਗੀਆਂ ਕਿ ਮੇਰਾ ਇੰਨਾ ਤਪ ਹੈ, ਇੰਨੀਆਂ ਮੇਰੇ ਕੋਲ ਕਰਾਮਾਤਾਂ ਹਨ, ਉਹ ਸਾਰਾ ਕੁਝ ਛੱਡ ਕੇ ਕਹਿਣ ਲੱਗੇ ਕਰ ਬਿਨਤੀ ਤਜ ਗਿਣਤੀ ਆਣ। ਸਾਰਾ ਕੁਝ ਛੱਡ ਕੇ ਤੇ ਬਾਬਾ ਬਿਧੀ ਚੰਦ ਜੀ ਦੇ ਅਧੀਨ ਹੋਇਆ ਹੈ। ਤੇ ਫਿਰ ਬੜੇ ਨਿਮਰਤਾ ਦੇ ਨਾਲ ਬਾਬਾ ਬਿਧੀ ਚੰਦ ਜੀ ਨੂੰ ਬੇਨਤੀ ਕਰਦਾ ਹੈ, ਹੇ ਗੁਰੂ ਕੇ ਪਿਆਰੇ, ਕੁਝ ਸਮਾਂ ਮੇਰੇ ਕੋਲ ਰੁਕੋ, ਮੇਰੇ ਕੋਲ ਰਹੋ। ਤੇ ਉਸ ਫਕੀਰ ਦੀ ਬੇਨਤੀ ਨੂੰ ਮੰਨ ਕਰਕੇ ਬਾਬਾ ਬਿਧੀ ਚੰਦ ਜੀ ਕੁਝ ਸਮਾਂ ਰਹਿੰਦੇ ਹਨ। ਫਕੀਰ ਬਾਬਾ ਬਿਧੀ ਚੰਦ ਜੀ ਨੂੰ ਕੋਲ ਰੱਖ ਕੇ ਬਹੁਤ ਸੁੰਦਰ ਸੇਵਾ ਕਰਦਾ ਹੈ। ਤੇ ਬੜੇ ਅਦਬ ਦੇ ਨਾਲ ਬਾਬਾ ਬਿਧੀ ਚੰਦ ਜੀ ਦੀ ਉਸ ਫਕੀਰ ਨੇ ਭਾਵਨਾ ਦੇ ਨਾਲ ਸੇਵਾ ਕੀਤੀ ਹੈ। ਔਰ ਬਾਬਾ ਬਿਧੀ ਚੰਦ ਜੀ ਤੋਂ ਪਵਿੱਤਰ ਬਚਨ ਸੁਣ ਕਰਕੇ
ਅੰਦਰ ਦੀ ਜਿਹੜੀ ਦੁਬਿਧਾ ਸੀਗੀ, ਵਹਿਮ ਭਰਮ ਸਨ ਜਾਂ ਅਜਮਤਾਂ, ਮੇਰੇ ਕੋਲ ਇੰਨੀਆਂ ਅਜਮਤਾਂ ਬਰਕਤਾਂ ਹੋਣ, ਇੰਨੀਆਂ ਸ਼ਕਤੀਆਂ ਹੋਣ, ਇਹ ਸਾਰਾ ਕੁਝ ਅੰਦਰੋਂ ਚਲੇ ਗਿਆ ਹੈ। ਹੁਣ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਸੇਵਕ ਬੰਦਗੀ ਕਰਕੇ, ਸਿਮਰਨ ਕਰਕੇ ਆਨੰਦ ਪ੍ਰਾਪਤ ਕਰਦੇ ਹਨ, ਸਤਿਗੁਰੂ ਜੀ ਜਿਵੇਂ ਬੰਦਗੀ ਦੇ ਵਿੱਚ ਲਾਉਂਦੇ ਹਨ ਤੇ ਸ਼ੁਭ ਕਰਮਾਂ ਦੇ ਵਿੱਚ ਲਾਉਂਦੇ ਹਨ, ਇਸੇ ਤਰ੍ਹਾਂ ਬਾਬਾ ਬਿਧੀ ਚੰਦ ਜੀ ਨੇ ਵੀ ਇਹਨੂੰ ਪ੍ਰੇਰਨਾ ਦਿੱਤੀ ਹੈ। ਤੇ 3 ਦਿਨ ਫਿਰ ਬਾਬਾ ਬਿਧੀ ਚੰਦ ਜੀ ਇਸ ਫਕੀਰ ਦੀ ਨਿਮਰਤਾ ਔਰ ਵਾਰ-ਵਾਰ ਬੇਨਤੀ ਕਰਨ ਤੇ ਬਾਬਾ ਬਿਧੀ ਚੰਦ ਜੀ ਇਸ ਜਗ੍ਹਾ ਤੇ ਰੁਕੇ ਹਨ। ਔਰ ਬਾਬਾ ਬਿਧੀ ਚੰਦ ਜੀ ਨੂੰ ਇੱਥੇ ਰੱਖਣ ਵਾਸਤੇ ਫਕੀਰ ਦੇ ਮਨ ਦੇ ਵਿੱਚ ਬੜੀ ਵੱਡੀ ਇੱਛਾ ਹੈ ਕਿ ਮੈਂ ਇਸ ਮਹਾਤਮਾ ਨੂੰ ਇੱਥੇ ਰੱਖਾਂਗਾ, ਪਰਮੇਸ਼ਰ ਦੇ ਘਰ ਦੀਆਂ ਗੱਲਾਂ ਸੁਣਾਂਗਾ, ਗੁਰੂ ਨਾਨਕ ਸਾਹਿਬ ਜੀ ਦੇ ਮਾਰਗ ਨੂੰ ਸਮਝਾਂਗਾ ਤੇ ਆਪਣਾ ਜੀਵਨ ਸਫਲ ਬਣਾਵਾਂਗਾ। ਬਾਬਾ ਬਿਧੀ ਚੰਦ ਜੀ ਨੂੰ ਕੋਲ ਰੱਖਿਆ ਹੈ ਤੇ ਕਹਿਣ ਲੱਗੇ, ਹਿਤ ਰਾਖਨ ਕੈ ਬਨੇ ਵਿਸਾਲਾ, ਤੇ ਬੜੀ ਬੇਨਤੀ ਕਰਕੇ ਗੁਰੂ ਕੇ ਚਰਨਾਂ ਦੇ ਵਿੱਚ ਇਹ ਜਿਹੜਾ ਫਕੀਰ ਹੈ ਇਹ ਰਿਹਾ ਹੈ। ਤੇ ਕਹਿਣ ਲੱਗੇ, ਹੇ ਬਾਬਾ ਬਿਧੀ ਚੰਦ ਜੀ, ਤੁਸੀਂ ਮੇਰੇ ਗੁਰੂ ਹੋ। ਉਹ ਫਕੀਰ ਕਹਿਣ ਲੱਗਿਆ ਹੈ, ਤੁਸੀਂ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਨਾਲ ਜੁੜੇ ਹੋ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚੋਂ ਆਏ ਹੋ। ਤੇ ਕਹਿਣ ਲੱਗੇ, ਮੈਨੂੰ ਗਿਆਨ ਬਖਸ਼ ਕਰਕੇ, ਮੈਨੂੰ ਸਿੱਧਾ ਮਾਰਗ ਦੱਸ ਕਰਕੇ ਤੁਸੀਂ ਨਿਹਾਲ ਕੀਤਾ ਹੈ। ਤੁਮ ਮੇਰੋ ਤੁਮ ਮੋਰੇ ਗੁਰ ਦੀਨ ਗਿਆਨਾ, ਤੁਸੀਂ ਮੇਰੇ ਸਤਿਗੁਰਾਂ ਦਾ, 6ਵੇਂ ਪਾਤਸ਼ਾਹ ਜੀ ਦਾ ਜਿਹੜਾ ਗਿਆਨ ਹੈ, ਸਮਝ ਹੈ, ਧਰਮ ਦਾ ਜਿਹੜਾ ਰਸਤਾ ਹੈ ਉਹ ਦੱਸਿਆ ਹੈ, ਸਮਝਾਇਆ ਹੈ। ਤੇ ਕਹਿਣ ਲੱਗੇ ਕਿ ਹੁਣ ਤੁਹਾਡੀ ਕਿਰਪਾ ਦੇ ਨਾਲ ਬਹੁਤ ਵੱਡਾ ਮੈਨੂੰ ਇਹ ਸਮਝ ਰੂਪੀ ਜਿਹੜਾ ਫਲ ਹੈ ਹੋਇਆ ਕਿ ਕਿਸ ਰਸਤੇ ਤੇ ਚੱਲਣਾ ਹੈ ਤੇ ਕਿਵੇਂ ਧਰਮੀ ਬਣਨਾ ਹੈ। ਫਲ ਪ੍ਰਾਪਤ ਤਪ ਕੀਏ ਚੋ ਮਹਾਨਾ, ਕਹਿਣ ਲੱਗੇ ਕਿ ਜਿਹੜਾ ਮੈਂ ਤਪ ਕੀਤਾ ਹੈ, ਬੰਦਗੀ ਕੀਤੀ ਹੈ, ਬਹੁਤ ਵੱਡਾ ਜਿਹੜਾ ਮਹਾਤਮ ਉਹਦਾ ਪ੍ਰਾਪਤ ਹੋਇਆ ਹੈ। ਤੇ ਕਹਿਣ ਲੱਗੇ, ਹੇ ਬਾਬਾ ਬਿਧੀ ਚੰਦ ਜੀ, ਤੁਹਾਡੇ ਚਰਨਾਂ ਦੇ ਨਾਲ ਮੇਰਾ ਇੰਨਾ ਕੁ ਸਨੇਹ ਬਣ ਗਿਆ ਹੈ, ਮੈਨੂੰ ਇੰਨਾ ਕੁ ਆਨੰਦ ਆਇਆ ਤੁਹਾਡੇ ਬਚਨ ਸੁਣ ਕੇ, ਤੁਹਾਡੇ ਕੋਲ ਬੈਠ ਕੇ ਬੰਦਗੀ ਕਰਨ ਦਾ, ਸਿਮਰਨ ਕਰਨ ਦਾ, ਹੁਣ ਮੈਂ ਤੁਹਾਡੇ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਉਹ ਫਕੀਰ ਬਾਬਾ ਬਿਧੀ ਚੰਦ ਜੀ ਨੂੰ ਬੇਨਤੀ ਕਰਦਾ ਹੈ, ਕਹਿਣ ਲੱਗੇ ਕਿ ਹੇ ਬਾਬਾ ਬਿਧੀ ਚੰਦ, ਮੈਂ ਤੁਹਾਡੇ ਤੋਂ ਬਿਨਾਂ ਇੰਝ ਲੱਗਦਾ ਹੈ ਹੁਣ ਮੇਰਾ ਜੀਵਨ ਸੰਭਵ ਨਹੀਂ ਹੈ। ਤੇ ਕਹਿਣ ਲੱਗਾ, ਹੁਣ ਮੇਰੀ ਇੱਛਾ ਹੈ ਕਿ ਮੈਂ ਆਪਣੇ ਜਿਹੜੇ ਪ੍ਰਾਣ ਹਨ, ਜਦੋਂ ਮੇਰੇ ਪ੍ਰਾਣਾਂ ਦਾ ਅੰਤ ਹੋਏ ਤੇ ਹੇ ਗੁਰੂ ਕੇ ਪਿਆਰੇ, ਮੈਂ ਤੁਹਾਡੀ ਚਰਨਾਂ ਦੇ ਵਿੱਚ ਹੋਵਾਂ, ਤੁਹਾਡੀ ਸ਼ਰਨ ਦੇ ਵਿੱਚ ਹੋਵਾਂ, ਮੈਂ ਤੁਹਾਡੇ ਕੋਲ ਹੋਵਾਂ। ਜਦੋਂ ਮੈਂ ਸਰੀਰ ਛੱਡਣਾ ਹੈ ਤੇ ਮੈਂ ਤੁਹਾਡੇ ਕੋਲ, ਬਾਬਾ ਬਿਧੀ ਚੰਦ ਜੀ, ਤੁਹਾਡੇ ਤੁਸੀਂ ਉਸ ਵੇਲੇ ਹੋਣੇ ਚਾਹੀਦੇ ਹੋ ਜਦੋਂ ਮੇਰੇ ਪ੍ਰਾਣਾਂ ਦਾ ਅੰਤ ਹੋਵੇਗਾ। ਤੇ ਬਾਬਾ ਚੰਦ ਜੀ ਨੇ ਉਸ ਫਕੀਰ ਦਾ ਪ੍ਰੇਮ ਦੇ ਕਰਕੇ ਤੇ ਧੀਰਜ ਦਿੱਤਾ ਹੈ। ਬਾਬਾ ਬਿਧੀ ਚੰਦ ਜੀ ਨੇ ਉਸ ਨੂੰ ਸਮਝਾਇਆ ਹੈ। ਕਹਿਣ ਲੱਗੇ, ਹੇ ਫਕੀਰ ਜੀ, ਜਿਸ ਤਰ੍ਹਾਂ ਦੀ ਤੁਹਾਡੀ ਇੱਛਾ ਹੈ, ਕਿ ਜਿਸ ਤਰ੍ਹਾਂ ਤੁਹਾਡੀ ਭਾਵਨਾ ਹੈ ਕਿ ਮੈਂ ਤੁਹਾਡੇ ਕੋਲ ਰਹਿਣਾ ਚਾਹੁੰਦਾ ਹਾਂ, ਜਾਂ ਇਹ ਜਿਹੜੇ ਪ੍ਰਾਣ ਜਦੋਂ ਅੰਤ ਹੋਣਾ ਹੈ ਤੇ ਮੈਂ ਤੁਹਾਡੇ ਕੋਲ ਹੋਵਾਂ। ਬਾਬਾ ਬਿਧੀ ਚੰਦ ਜੀ ਨੇ ਬਚਨ ਕੀਤਾ, ਕਹਿਣ ਲੱਗੇ ਕਿ ਹੇ ਫਕੀਰ ਜੀ, ਤੁਹਾਡਾ ਅਤੇ ਸਾਡਾ ਇੱਕੋ ਜਿਹਾ, ਤੁਮ ਮਮ ਤੁਮ ਬੈਸ ਏਕ ਸਮਚੀਨ, ਸਾਡੀ ਤੇ ਤੁਹਾਡੀ ਉਮਰ ਇੱਕੋ ਜੀ ਬਰਾਬਰ ਹੈ। ਤੇ ਕਹਿਣ ਲੱਗੇ, ਇੱਕੇ ਮਹੀਨੇ ਦੇ ਵਿੱਚ, ਇੱਕੋ ਦਿਨ, ਇੱਕੋ ਸਮੇਂ ਅਸੀਂ ਸਰੀਰ ਤਿਆਗਣਾ ਹੈ। ਤੇ ਮੇਰਾ ਤੇ ਤੇਰਾ ਜਿਹੜਾ ਤਨ ਹੈ, ਇਹ 5 ਭੌਤਿਕ ਜਿਹੜਾ ਸਰੀਰ ਹੈ, ਇਹ ਇਕੱਠੇ ਹੀ ਛੱਡਾਂਗੇ। ਇੰਨਾ ਜ਼ਿਆਦਾ 3 ਕੁ ਦਿਨ ਰਹਿ ਕਰਕੇ ਸਨੇਹ ਬਣਿਆ ਹੈ। ਬਾਬਾ ਬਿਧੀ ਚੰਦ ਜੀ ਨੇ ਬਚਨ ਕਰ ਦਿੱਤਾ, ਕਹਿਣ ਲੱਗੇ, ਇਕੱਲੇ ਤੁਸੀਂ ਹੀ ਨਹੀਂ ਸਰੀਰ ਛੱਡੋਗੇ,
ਅਸੀਂ ਇਕੱਠੇ ਹੀ ਸਰੀਰ ਤਿਆਗਾਂਗੇ। ਸੋਤੇ ਆਨੰਦ ਭਾ ਸੁੰਦਰ ਸ਼ਾਹੂ। ਤੇ ਇਹ ਗੱਲ ਸੁਣ ਕੇ ਸੁੰਦਰ ਸਾ ਫਕੀਰ ਜਿਹੜਾ ਹੈ ਉਹ ਗਦ-ਗਦ ਹੋ ਗਿਆ, ਨਿਹਾਲ ਹੋ ਗਿਆ, ਖੁਸ਼ ਹੋ ਗਿਆ ਕਿ ਗੁਰੂ ਕੇ ਸੇਵਕ ਨੇ ਅਜਿਹੇ ਬਚਨ ਕੀਤੇ ਹਨ ਔਰ ਮਨ ਦੇ ਵਿੱਚ ਬਹੁਤ ਭਾਰੀ ਖੁਸ਼ੀ ਹੈ। ਤੇ ਕਹਿਣ ਲੱਗੇ, ਹੇ ਬਾਬਾ ਬਿਧੀ ਚੰਦ ਜੀ, ਕਿਰਪਾ ਕਰਨੀ ਹੈ। ਜੋ ਮੇਰੀ ਇੱਛਾ ਹੈ, ਭਾਵਨਾ ਜੋ ਮੈਂ ਵਿਅਕਤ ਕੀਤੀ ਹੈ, ਅੰਤ ਵੇਲੇ ਤੁਸੀਂ ਮੇਰੇ ਕੋਲ ਪਹੁੰਚਣਾ ਹੈ। ਤੇ ਇਸ ਤਰ੍ਹਾਂ ਫਿਰ ਇਕੱਠੇ ਸਰੀਰ ਨੂੰ ਤਿਆਗਾਂਗੇ। ਤੇ ਹੇ ਬਾਬਾ ਬਿਧੀ ਚੰਦ ਜੀ, ਤੁਸੀਂ ਹਮੇਸ਼ਾ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਰਹਿਣ ਵਾਲੇ ਹੋ। ਬਹੁਤ ਵੱਡਾ ਤੁਹਾਡਾ ਜੀਵਨ ਹੈ, ਬੰਦਗੀ ਹੈ, ਤਪ ਹੈ, ਗੁਰੂ ਘਰ ਦੇ ਤੁਸੀਂ ਸੇਵਕ ਹੋ। ਕਹਿਣ ਲੱਗੇ ਕਿ ਕਰੋ ਕਿਰਪਾ ਤਬ ਹੋਵੋ ਪਾਵੋ। ਕਹਿਣ ਲੱਗੇ ਕਿ ਗਮਨੋ ਲੈ ਪਰਲੋਕ ਨਿਜ ਨਾਲ। ਹੇ ਬਾਬਾ ਬਿਧੀ ਚੰਦ ਜੀ, ਤੁਸੀਂ ਸੰਸਾਰ ਤੋਂ ਜਾਣਾ, ਤੁਸੀਂ ਤਾਂ ਮੁਕਤ ਹੋ, ਤੁਹਾਡਾ ਜੀਵਨ ਸਫਲ ਹੈ। ਤੁਹਾਨੂੰ ਤਾਂ ਸਤਿਗੁਰਾਂ ਨੇ ਤਾਰ ਦਿੱਤਾ ਹੈ, ਤੁਸੀਂ ਤਾਂ ਤਰਨਾ ਹੀ ਹੈ। ਤੁਹਾਡੇ ਨਾਲ ਸਰੀਰ ਛੱਡ ਕੇ ਮੇਰਾ ਵੀ ਉਧਾਰ ਹੋ ਜਾਏਗਾ, ਮੇਰਾ ਵੀ ਜੀਵਨ ਜਿਹੜਾ ਹੈ ਉਹ ਸਫਲ ਹੋ ਜਾਏਗਾ। ਤੇ ਹੇ ਬਾਬਾ ਬਿਧੀ ਚੰਦ ਜੀ, ਮੈਨੂੰ ਆਪਣਾ ਦਾਸ ਸਮਝ ਲਓ, ਮੈਨੂੰ ਆਪਣੇ ਚਰਨਾਂ ਦਾ ਇੱਕ ਛੋਟਾ ਜਿਹਾ ਨਿਮਾਣਾ ਜਿਹਾ ਸੇਵਕ ਜਾਣ ਲਵੋ ਜੀ। ਤੇ ਕਹਿਣ ਲੱਗੇ, ਜਿੱਥੇ ਤੁਸੀਂ ਤਰਨਾ ਹੈ ਗੁਰੂ ਕੇ ਚਰਨਾਂ ਦੇ ਨਾਲ ਜੁੜ ਕਰਕੇ, ਉੱਥੇ ਮੈਂ ਤੁਹਾਡਾ ਪੱਲਾ ਪਕੜ ਕਰਕੇ ਮੈਂ ਵੀ ਤਰ ਜਾਵਾਂਗਾ। ਔਰ ਉਸ ਫਕੀਰ ਦੇ ਅਜਿਹੇ ਬਚਨ ਤੇ ਪ੍ਰੇਮ ਨੂੰ ਦੇਖ ਕਰਕੇ ਬਾਬਾ ਬਿਧੀ ਚੰਦ ਜੀ ਬਹੁਤ ਪ੍ਰਸੰਨ, ਖੁਸ਼ ਹੋਏ ਹਨ। ਔਰ ਕਹਿਣ ਲੱਗੇ ਕਿ ਭਾਈ, ਹੋਰ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਡਰ, ਭੈ, ਕਿਸੇ ਤਰ੍ਹਾਂ ਦਾ ਸੰਕਲਪ ਨਹੀਂ ਲੈ ਕਰਕੇ ਆਉਣਾ। ਹੇ ਫਕੀਰ ਜੀ, ਤੁਹਾਡਾ ਜੀਵਨ ਸਫਲ ਹੋਏਗਾ। ਤੇ ਜਦੋਂ ਤੁਸੀਂ ਸਰੀਰ ਨੂੰ ਛੱਡੋਗੇ, ਜਦੋਂ ਤੁਹਾਡਾ ਅੰਤ ਹੋਏਗਾ। ਤੇ ਕਹਿਣ ਲੱਗੇ, ਅਸੀਂ ਜਿੱਥੇ ਵੀ ਹੋਵਾਂਗੇ, ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਹਨ, ਕਹਿਣ ਲੱਗੇ ਅਸੀਂ ਜਿੱਥੇ ਵੀ ਹੋਵਾਂਗੇ, ਅਸੀਂ ਤੁਹਾਡੇ ਕੋਲ ਪਹੁੰਚ ਜਾਵਾਂਗੇ। ਸਾਡਾ ਸਰੀਰ ਦਾ ਜਿਹੜਾ ਤਿਆਗ ਹੈ ਇੱਕੋ ਵਾਰ ਹੋਏਗਾ। ਬਾਬਾ ਬਿਧੀ ਚੰਦ ਜੀ ਨੇ ਇਸ ਤਰ੍ਹਾਂ ਫਕੀਰ ਦੇ ਨਾਲ ਕੁਝ ਬੜੇ ਪ੍ਰੇਮ ਦੇ ਨਾਲ ਬਚਨ ਕੀਤੇ ਹਨ। ਤੇ ਮੈਂ ਅੰਤ ਵੇਲਾ ਮੇਰਾ ਇੱਥੇ ਹੀ ਹੋਏਗਾ, ਇੱਥੇ ਆਣ ਕੇ ਹੀ ਮੈਂ ਮੇਰੇ ਪ੍ਰਾਣਾਂ ਦਾ ਅੰਤ ਹੋਏਗਾ। ਔਰ ਜਿਸ ਤਰ੍ਹਾਂ ਫਿਰ ਮੈਂ ਤੁਹਾਨੂੰ ਮਾਰਗ ਦੱਸਿਆ ਹੈ, ਬੰਦਗੀ ਕਰਨ ਦਾ ਢੰਗ ਦੱਸਿਆ ਹੈ, ਪਰਮੇਸ਼ਰ ਦੀ ਕੀਰਤੀ ਵਾਲੇ ਪਾਸੇ ਲਾਇਆ ਹੈ, ਕਿਉਂਕਿ ਉਹ ਫਕੀਰ ਪਹਿਲਾਂ ਜਿਸ ਤਰ੍ਹਾਂ ਆਪਾਂ ਬਚਨ ਸਾਂਝਾ ਕਰ ਰਹੇ ਸੀ, ਅਜਮਤਾਂ ਦੇ ਪਿੱਛੇ, ਰਿੱਧੀਆਂ ਸਿੱਧੀਆਂ ਦੇ ਪਿੱਛੇ ਦੌੜ ਰਹੇ ਸਨ। ਹੁਣ ਇਹਨਾਂ ਸਾਰਿਆਂ ਦਾ, ਪਦਾਰਥਾਂ ਦਾ, ਰਿੱਧੀਆਂ ਸਿੱਧੀਆਂ ਦਾ, ਕੀਰਤੀ ਦਾ ਖਿਆਲ ਛੱਡ ਕੇ, ਮੇਰਾ ਜਸ ਹੋਵੇ, ਵਡਿਆਈ ਹੋਵੇ, ਸਾਰਾ ਕੁਝ ਛੱਡ ਕੇ ਕੇਵਲ ਤੇ ਕੇਵਲ ਮਾਲਕ ਦੇ ਚਰਨਾਂ ਦੇ ਵਿੱਚ ਲੀਨ ਹੋਵੋ, ਸਿਮਰਨ ਕਰੋ। ਤੇ ਕਹਿਣ ਲੱਗੇ ਬਾਬਾ ਬਿਧੀ ਚੰਦ ਜੀ, ਇਸ ਢੰਗ ਦੇ ਨਾਲ ਪਰਮੇਸ਼ਰ ਦੇ ਚਰਨਾਂ ਦੇ ਨਾਲ ਇੱਥੇ ਬੈਠ ਕੇ ਆਪਣਾ ਜਿਹੜਾ ਧਿਆਨ ਹੈ ਉਹਨੂੰ ਜੋੜੋ ਜੀ। ਤੇ ਉਸ ਵੇਲੇ ਫਕੀਰ ਸੁੰਦਰ ਸ਼ਾਹ ਬਾਬਾ ਬਿਧੀ ਚੰਦ ਜੀ ਦੇ ਵੱਲੋਂ ਸਮਝਾਇਆ ਹੋਇਆ ਜਿਹੜਾ ਮਾਰਗ ਹੈ, ਦਿੱਤੀ ਹੋਈ ਜਿਹੜੀ ਪ੍ਰੇਰਨਾ ਹੈ, ਉਹਨੂੰ ਸੁਣ ਕੇ ਨਿਹਾਲ ਹੋਇਆ ਹੈ ਤੇ ਬੜਾ ਖੁਸ਼ ਹੈ, ਆਨੰਦ ਦੇ ਵਿੱਚ ਹੈ। ਤੇ ਬਿਧੀ ਚੰਦ ਜੀ ਅੱਗੇ ਚੱਲਣ ਲੱਗੇ ਹਨ, ਜਿਸ ਪਾਸੇ ਛੇਵੇਂ ਪਾਤਸ਼ਾਹ ਜੀ ਨੇ ਹੁਕਮ ਕਰਕੇ ਭੇਜਿਆ ਹੈ। ਦੂਰ ਦਾ ਰਸਤਾ ਹੈ, ਬਾਬਾ ਬਿਧੀ ਚੰਦ ਜੀ ਚੱਲਣ ਲੱਗੇ ਹਨ। ਇਸ ਫਕੀਰ ਨੇ ਬਹੁਤ ਵੱਡਾ ਸਨੇਹ ਪਿਆਰ ਕੀਤਾ ਹੈ, ਚਰਨਾਂ ਦੇ ਵਿੱਚ ਬੰਦਨਾ ਕੀਤੀ ਹੈ। ਤੇ ਬਾਬਾ ਬਿਧੀ ਚੰਦ ਜੀ ਕਹਿਣ ਲੱਗੇ, ਹੇ ਫਕੀਰ ਜੀ, ਹੁਣ ਮੈਂ ਗੁਰੂ ਘਰ ਦਾ ਬਹੁਤ ਵੱਡਾ ਕਾਰਜ ਹੈ, ਛੇਵੇਂ ਪਾਤਸ਼ਾਹ ਜੀ ਦਾ ਹੁਕਮ ਹੈ, ਤੇ ਮੈਂ ਬਹੁਤ ਦੂਰ ਤੱਕ ਇੱਕ ਯਾਤਰਾ 'ਤੇ ਜਾ ਰਿਹਾ ਹਾਂ ਗੁਰੂ ਕੇ ਹੁਕਮ ਦੇ ਵਿੱਚ। ਅਬ ਮੈਂ ਕਾਜ ਗੁਰੂ ਕੇ ਜਾਵੋਂ,
ਹੁਣ ਮੈਂ ਸਤਿਗੁਰਾਂ ਦੇ ਕਾਰਜ ਵਾਸਤੇ ਜਾ ਰਿਹਾ ਹਾਂ ਤੇ ਬਹੁਤਾ ਸਮਾਂ ਇਹਨਾਂ ਨਗਰਾਂ ਦੇ ਵਿੱਚ ਰੁਕ ਨਹੀਂ ਸਕਦਾ ਹਾਂ। ਸਮੇਂ ਪੁਨਿ ਆਵੈ। ਤੇ ਮੈਂ ਹੁਣ ਹੇ ਫਕੀਰ ਜੀ ਤੁਹਾਡੇ ਕੋਲ ਉਦੋਂ ਆਵਾਂਗਾ ਜਦੋਂ ਮੇਰਾ ਵੀ ਅੰਤ ਨੇੜੇ ਆ ਜਾਏਗਾ। ਤੇ ਬਾਬਾ ਬਿਧੀ ਚੰਦ ਜੀ ਇਸ ਤਰ੍ਹਾਂ ਦੇ ਬਚਨ ਵਿਲਾਸ ਕਰਦੇ ਹੋਏ ਆਗਿਆ ਲੈ ਕਰਕੇ ਵਿਦਾਇਗੀ ਲੈ ਕਰਕੇ ਅੱਗੇ ਚੱਲੇ ਹਨ। ਕਹਿਣ ਲੱਗੇ ਕਿ ਇਮ ਕਹਿ ਗਇਓ ਦੇਸ਼ ਤੇ ਸਮਾਹੀ। ਜਿੱਧਰਲੇ ਪਾਸੇ ਕਦੇ ਗੁਰੂ ਨਾਨਕ ਸਾਹਿਬ ਜੀ ਗਏ ਹਨ ਉਧਰਲੇ ਪਾਸੇ ਬਾਬਾ ਬਿਧੀ ਚੰਦ ਜੀ ਚੱਲੇ ਹਨ। ਤੇ ਜਿੱਧਰ ਵਾਲੇ ਪਾਸੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚੋਂ ਉੱਥੋਂ ਚਿੱਠੀ ਆਈ ਹੈ ਤੇ ਸਤਿਗੁਰਾਂ ਨੇ ਉਸ ਚਿੱਠੀ ਦਾ ਜਵਾਬ ਉਹਨਾਂ ਸੰਗਤਾਂ ਵਾਸਤੇ ਲਿਖ ਕੇ ਬਾਬਾ ਬਿਧੀ ਚੰਦ ਜੀ ਦੇ ਹੱਥ ਭੇਜਿਆ ਹੈ। ਜਿਹੜੇ ਨਗਰ ਜਿੱਥੋਂ ਦੀ ਸੰਗਤ ਹੈ ਬਾਬਾ ਬਿਧੀ ਚੰਦ ਜੀ ਉੱਥੇ ਚੱਲ ਕੇ ਗਏ ਹਨ। ਤੇ ਕਹਿਣ ਲੱਗੇ ਸਾਗਰ ਦੇ ਵਿੱਚ ਇੱਕ ਟਾਪੂ ਹੈ, ਸਾਗਰ ਟਾਪੂ ਮੈਂ ਅਬਿਰਾਮ, ਬੜਾ ਸੁੰਦਰ ਇੱਕ ਇਲਾਕਾ ਹੈ। ਅੱਗੇ ਮੈਂ ਨਾਗਪੁਰ ਉਸ ਪਹਾੜਾਂ ਦਾ ਨਾਮ ਹੈ ਜਿਸ ਜਗ੍ਹਾ ਤੇ ਸੰਗਤ ਵਸਦੀ ਹੈ। ਕੁਝ ਲੋਕ ਰਹਿ ਰਹੇ ਹਨ ਜਿੱਥੇ ਗਰੀਬ ਨਿਵਾਜ ਪਾਤਸ਼ਾਹ ਜੀ ਕਦੇ ਗਏ ਸਨ। ਉੱਥੋਂ ਦੀ ਸੰਗਤ ਵਾਸਤੇ ਸੁਨੇਹਾ ਲਿਖ ਕਰਕੇ ਬਾਬਾ ਬਿਧੀ ਚੰਦ ਜੀ ਦੇ ਹੱਥ ਵਿੱਚ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭੇਜਿਆ ਹੈ। ਇਹ ਆਪਾਂ ਜਿਸ ਤਰ੍ਹਾਂ ਵਚਨ ਸਾਂਝਾ ਕਰ ਰਹੇ ਸੀ ਕਿ ਦੱਖਣ ਵਾਲੇ ਪਾਸੇ ਲੰਕਾ ਦੇ ਤੇ ਦੱਖਣ ਦੇ ਜਿਹੜਾ ਹਿੰਦੁਸਤਾਨ ਹੈ ਤੇ ਲੰਕਾ ਉਹਦੇ ਵਿਚਕਾਰ ਇਹ ਕੁਛ ਟਾਪੂ ਹੈ, ਕੁਝ ਪਹਾੜੀ ਏਰੀਆ ਇਲਾਕਾ ਹੈ ਜਿੱਥੋਂ ਦੇ ਇਹ ਅਸਥਾਨ ਹਨ, ਜਿੱਥੋਂ ਦਾ ਇਹ ਏਰੀਆ ਹੈ ਜਿੱਥੇ ਬਾਬਾ ਬਿਧੀ ਚੰਦ ਜੀ ਨੂੰ ਪਾਤਸ਼ਾਹ ਜੀ ਨੇ ਭੇਜਿਆ ਹੈ। ਕਹਿਣ ਲੱਗੇ ਮੈਂ ਕਾਨਪੁਰ ਇਹ ਇਲਾਕਾ ਹੈ ਜਿੱਥੇ ਬਾਬਾ ਬਿਧੀ ਚੰਦ ਜੀ ਹੁਣ ਗਏ ਹਨ ਸਤਿਗੁਰਾਂ ਦਾ ਸੁਨੇਹਾ ਲੈ ਕਰਕੇ। ਤੇ ਛੇਵੇਂ ਪਾਤਸ਼ਾਹ ਜੀ ਦਾ ਭੇਜਿਆ ਹੋਇਆ ਹੁਕਮ ਜਾ ਕਰਕੇ ਸੰਗਤਾਂ ਨੂੰ ਦਿੱਤਾ ਹੈ। ਤੇ ਜਿਸ ਹੁਕਮਨਾਮੇ ਦੇ ਵਿੱਚ ਲਿਖਿਆ ਹੋਇਆ ਹੈ ਕਿ ਭਾਈ ਤੁਹਾਡਾ ਸੁਨੇਹਾ ਸਾਡੇ ਤੱਕ ਪਹੁੰਚ ਗਿਆ ਹੈ, ਗੁਰੂ ਨਾਨਕ ਸਾਹਿਬ ਜੀ ਦੀਆਂ ਤੁਹਾਡੇ ਉੱਪਰ ਖੁਸ਼ੀਆਂ ਬਰਕਤਾਂ ਹੋਣ। ਅਸੀਂ ਖੁਦ ਨਹੀਂ ਆ ਸਕੇ ਔਰ ਆਪਣੀ ਜਗ੍ਹਾ 'ਤੇ ਆਪਣਾ ਸੇਵਕ ਬਾਬਾ ਬਿਧੀ ਚੰਦ ਭੇਜ ਰਹੇ ਹਾਂ। ਤੇ ਗਰੀਬ ਨਿਵਾਜ ਸਤਿਗੁਰਾਂ ਨੇ ਵਿੱਚ ਵਚਨ ਲਿਖਿਆ ਹੋਇਆ ਹੈ। ਕਹਿਣ ਲੱਗੇ ਕਿ ਇਹੋ ਸਿੱਖ ਭਿਖੋ ਰੂਪ ਜਿਮ ਮੇਰਾ। ਕਹਿਣ ਲੱਗੇ ਇਹ ਜਿਹੜਾ ਸਿੱਖ ਹੈ ਇਹਨੂੰ ਮੇਰਾ ਹੀ ਰੂਪ ਸਮਝਿਓ, ਮੇਰੇ ਵਿੱਚ ਤੇ ਇਹਦੇ ਵਿੱਚ ਭੋਰਾ ਵੀ ਅੰਤਰ ਨਹੀਂ ਹੈ। ਤੇ ਜਦੋਂ ਉਹਨਾਂ ਨੇ ਚਿੱਠੀ ਪੜ੍ਹੀ ਹੈ, ਛੇਵੇਂ ਪਾਤਸ਼ਾਹ ਜੀ ਦਾ ਸੁਨੇਹਾ ਦੇਖਿਆ ਹੈ, ਇੱਕ ਦੂਜੇ ਨੂੰ ਸੁਣਾਇਆ ਹੈ, ਸਾਰੇ ਬੜੇ ਖੁਸ਼ ਹੋ ਗਏ ਕਿ ਗਰੀਬ ਨਿਵਾਜ ਸਤਿਗੁਰਾਂ ਨੇ ਛੇਵੇਂ ਪਾਤਸ਼ਾਹ ਜੀ ਨੇ ਆਪਣੀ ਜਗ੍ਹਾ 'ਤੇ ਆਪਣਾ ਜਿਹੜਾ ਸੇਵਕ ਹੈ ਉਹ ਭੇਜ ਦਿੱਤਾ ਹੈ। ਸੁਣਤ ਆਨੰਦ ਭਏ ਸਿੱਖ ਸਾਰੇ। ਤੇ ਜਿਵੇਂ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀਗਾ ਕਿ ਇਹਨਾਂ ਨੂੰ ਸਾਡਾ ਹੀ ਰੂਪ ਜਾਣਨਾ, ਤੇ ਸੰਗਤਾਂ ਨੇ ਵੀ ਫਿਰ ਬੜੇ ਪਿਆਰ ਦੇ ਨਾਲ ਬਾਬਾ ਬਿਧੀ ਚੰਦ ਜੀ ਨੂੰ ਪਾਤਸ਼ਾਹ ਜੀ ਦਾ ਸਰੂਪ ਜਾਣਦਿਆਂ ਹੋਇਆਂ, ਗੁਰੂ ਕਾ ਸਿੱਖ ਜਾਣਦਿਆਂ ਹੋਇਆਂ ਬਹੁਤ ਆਨੰਦ ਦੇ ਨਾਲ, ਪ੍ਰਸੰਨਤਾ ਦੇ ਨਾਲ, ਬਹੁਤ ਵੱਡਾ ਆਦਰ ਮਾਣ ਸਤਿਕਾਰ ਬਾਬਾ ਬਿਧੀ ਚੰਦ ਜੀ ਦਾ ਉੱਥੇ ਕੀਤਾ ਗਿਆ ਹੈ। ਤੇ ਬੜੀਆਂ ਸੁੰਦਰ ਭੇਟਾਵਾਂ ਰੱਖ ਕੇ ਬਾਬਾ ਬਿਧੀ ਚੰਦ ਜੀ ਨੂੰ ਉਹ ਨਮਸਕਾਰ ਕਰ ਰਹੇ ਹਨ। ਬਹੁਤ ਵੱਡਾ ਸਤਿਕਾਰ ਬਾਬਾ ਬਿਧੀ ਚੰਦ ਜੀ ਦਾ ਹੋ ਰਿਹਾ ਹੈ। ਤੇ ਗੁਰੂ ਘਰ ਵਾਸਤੇ ਕੀਮਤੀਆਂ ਜਿਹੜੀਆਂ ਭੇਟਾਵਾਂ ਉਹ ਬਾਬਾ ਬਿਧੀ ਚੰਦ ਜੀ ਦੇ ਕੋਲ ਰੱਖ ਕੇ ਤੇ ਸੰਗਤਾਂ ਸਾਰਾ ਕੁਝ ਹਾਲ ਚਾਲ ਦੱਸ ਰਹੀਆਂ ਹਨ। ਸ੍ਰੀ ਹਰਿਗੋਬਿੰਦ ਮਿਨੰਦ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਕਿਰਪਾ ਦੇ ਦਇਆ ਦੇ ਸਾਗਰ ਹਨ। ਔਰ ਬਾਬਾ ਬਿਧੀ ਚੰਦ ਜੀ ਵੀ ਬਹੁਤ ਵਿਸ਼ਾਲ ਗੁਰੂ ਘਰ ਦੇ ਲੰਮਾ ਸਮਾਂ ਰਹਿ ਕਰਕੇ ਸੇਵਾ ਕਰਨ ਵਾਲੇ, ਬੰਦਗੀ ਕਰਨ ਵਾਲੇ ਮਹਾਨ ਪੁਰਸ਼ ਹਨ।
ਗੁਰੂ ਘਰ ਦੇ ਵੱਡੇ ਸ਼ਰਧਾਲੂ ਹਨ। ਜਰੇ ਜਵਾਹਰ ਔਰ ਉਸ ਵੇਲੇ ਫਿਰ ਸੰਗਤਾਂ ਨੇ ਕਈ ਤਰ੍ਹਾਂ ਦੇ ਵਸਤਰ, ਮਾਇਆ ਔਰ ਕਈ ਤਰ੍ਹਾਂ ਦੇ ਪਦਾਰਥ ਤੇ ਕਈ ਸੰਗਤਾਂ ਨੇ ਸੋਇਨਾ ਜਿਹੜਾ ਹੈ ਉਹ ਗੁਰੂ ਕੀ ਸੇਵਾ ਵਾਸਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪਿਆਰ ਦੇ ਨਾਲ ਭੇਟਾ ਵਜੋਂ ਭੇਜਿਆ ਹੈ। ਤੇ ਕਈ ਤਰ੍ਹਾਂ ਦੇ ਕੀਮਤੀ ਬਣੇ ਹੋਏ ਤਰ੍ਹਾਂ ਤਰ੍ਹਾਂ ਦੇ ਜਵੇਹਰ ਹੋਰ ਅਨੇਕਾਂ ਤਰ੍ਹਾਂ ਦੀਆਂ ਕੀਮਤੀ ਚੀਜ਼ਾਂ ਸੁੰਦਰ ਭੇਟਾਵਾਂ ਬਾਬਾ ਬਿਧੀ ਚੰਦ ਜੀ ਨੂੰ ਅਰਪਿਤ ਕੀਤੀਆਂ ਹਨ। ਤੇ ਬਹੁਤ ਸੁੰਦਰ ਢੰਗ ਦੇ ਕਈ ਤਰ੍ਹਾਂ ਦੇ ਭੋਜਨ ਬੇਅੰਤ ਗੁਰੂ ਕੇ ਪਿਆਰੇ ਤਿਆਰ ਕਰਦੇ ਹਨ ਔਰ ਗੁਰੂ ਕਾ ਸੇਵਕ ਬਾਬਾ ਬਿਧੀ ਚੰਦ ਜੀ ਨੂੰ ਬੜੇ ਪਿਆਰ ਦੇ ਨਾਲ ਭੋਜਨ ਛਕਾਉਂਦੇ ਹਨ। ਤਗੜੀ ਜਿਹੜੀ ਸੇਵਾ ਹੈ ਇੱਥੋਂ ਦੀ ਸੰਗਤ ਨੇ ਕੀਤੀ ਹੈ ਤੇ ਬੜੇ ਅਦਬ ਦੇ ਨਾਲ ਸਤਿਕਾਰ ਦੇ ਨਾਲ ਕੋਲ ਖੜ ਕੇ ਭਾਵਨਾ ਦੇ ਨਾਲ ਭੋਜਨ ਛਕਾਉਂਦੇ ਹਨ। ਤੇ ਬਾਬਾ ਬਿਧੀ ਚੰਦ ਜੀ ਦੀ ਆਗਿਆ ਦੇ ਵਿੱਚ ਸਾਰੇ ਨਗਰ ਦੇ ਆਸ-ਪਾਸ ਦੇ ਲੋਕ ਸੰਗਤ ਹਮੇਸ਼ਾ ਰਹਿੰਦੀ ਹੈ। ਜਿਸ ਤਰ੍ਹਾਂ ਬਾਬਾ ਬਿਧੀ ਚੰਦ ਜੀ ਹੁਕਮ ਕਰਦੇ ਹਨ ਉਸੇ ਵੇਲੇ ਉੱਠਦੇ ਹਨ, ਜਾਗਦੇ ਹਨ। ਅੰਮ੍ਰਿਤ ਵੇਲੇ ਕੀਰਤੀ ਹੁੰਦੀ ਹੈ, ਬੰਦਗੀ ਹੁੰਦੀ ਹੈ ਤੇ ਸਾਰੀ ਸੰਗਤ ਰਲ ਕੇ ਸਿਮਰਨ ਕਰਦੀ ਹੈ ਤੇ ਬਾਬਾ ਬਿਧੀ ਚੰਦ ਜੀ ਦੇ ਹੁਕਮ ਦੇ ਵਿੱਚ ਆਗਿਆ ਦੇ ਵਿੱਚ ਸਾਰੀ ਸੰਗਤ ਚੱਲ ਰਹੀ ਹੈ। ਔਰ ਫਿਰ ਬੰਦਗੀ ਕਰਦੀਆਂ ਹਨ ਸੰਗਤਾਂ, ਕੀਰਤੀ ਕਰਦੀਆਂ ਹਨ ਤੇ ਜੋ ਵੀ ਉਹਨਾਂ ਦੇ ਮਨ ਦੇ ਵਿੱਚ ਇੱਛਾ ਹੈ, ਭਾਵਨਾ ਹੈ, ਉਹਨਾਂ ਦੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਸੰਪੂਰਨ ਹੋ ਰਹੀ ਹੈ। ਤੇ ਬਾਬਾ ਬਿਧੀ ਚੰਦ ਜੀ ਗੁਰੂ ਘਰ ਦੀ ਅੰਮ੍ਰਿਤ ਬਾਣੀ ਦਾ ਗਾਇਨ ਕਰਦੇ ਹਨ ਔਰ ਅੰਮ੍ਰਿਤ ਗੁਰਬਾਣੀ ਦੇ ਅਰਥ ਕਰ ਕਰਕੇ ਸੁਣਾਉਂਦੇ ਹਨ ਸੰਗਤਾਂ ਨੂੰ। ਕਥਾ ਵਿਚਾਰਾਂ ਗੁਰੂ ਘਰ ਦੀਆਂ ਵਡਿਆਈਆਂ ਕਹਾਣੀਆਂ ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਗੁਰਬਾਣੀ ਪੜ੍ਹ ਅਰਥ ਸਮੇਤ ਬਾਬਾ ਬਿਧੀ ਚੰਦ ਜੀ ਗੁਰਬਾਣੀ ਪੜ੍ਹਦੇ ਹਨ ਤੇ ਸੁਣਾਉਂਦੇ ਹਨ। ਅਰਥਾਂ ਦੇ ਸਮੇਤ ਅਰਥ ਸੁਣਾ ਕਰਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ ਤੇ ਬੜੇ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਜਿਹੜਾ ਉਪਦੇਸ਼ ਹੈ, ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋ ਹੁਕਮ ਹੈ, ਜੋ ਸੰਗਤਾਂ ਵਾਸਤੇ ਪਾਤਸ਼ਾਹ ਜੀ ਨੇ ਭੇਜਿਆ ਹੈ, ਉਹ ਸਾਰੀ ਸੰਗਤ ਨੂੰ ਬਾਬਾ ਬਿਧੀ ਚੰਦ ਜੀ ਸੁਣਾਉਂਦੇ ਹਨ। ਤੇ ਜਿੱਥੇ ਗੁਰੂ ਕੀ ਮਹਿਮਾ ਹੁੰਦੀ ਹੈ ਛੇਵੇਂ ਪਾਤਸ਼ਾਹ ਜੀ ਦੇ ਬਚਨ ਸੁਣਾਉਂਦੇ ਹਨ। ਬਾਕੀ ਗੁਰੂ ਸਾਹਿਬਾਨਾਂ ਦਾ ਜੀਵਨ ਬਾਬਾ ਬਿਧੀ ਚੰਦ ਜੀ ਸੰਗਤਾਂ ਨੂੰ ਸੁਣਾ ਰਹੇ ਹਨ। ਉੱਥੇ ਫਿਰ ਸਾਰੀ ਸੰਗਤ ਰਲ ਕੇ ਬਾਬਾ ਬਿਧੀ ਚੰਦ ਜੀ ਦੇ ਕੋਲ ਬੈਠ ਕੇ ਕਹਿਣ ਲੱਗੇ ਗੁਰ ਮਹਿਮਾ ਸਿਮਰਤ ਸਤਨਾਮੁ। ਜਿੱਥੇ ਗੁਰੂ ਘਰ ਦੀ ਮਹਿਮਾ ਹੁੰਦੀ ਹੈ ਉੱਥੇ ਸਾਰੇ ਰਲ ਕੇ ਸਤਨਾਮ ਦਾ, ਵਾਹਿਗੁਰੂ ਦਾ ਜਾਪ ਬੜੇ ਅਦਬ ਦੇ ਨਾਲ ਸਤਿਕਾਰ ਦੇ ਨਾਲ ਸੰਗਤਾਂ ਕਰਦੀਆਂ ਹਨ। ਔਰ ਇਸ ਤਰ੍ਹਾਂ ਫਿਰ ਸਿਮਰਨ ਕਰ ਕਰਕੇ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਸਿਮਰਨ ਕਰ ਕਰਕੇ ਅੰਦਰੋਂ ਹਉਮੈ, ਵਿਸ਼ੇ ਵਿਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸਾਰੇ ਜਿਹੜੇ ਔਗਣ ਹਨ ਸਿਮਰਨ ਕੀਤਿਆਂ ਦੂਰ ਹੋ ਰਹੇ ਹਨ। ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਨਾਮ ਦੇ ਨਾਲ ਹਿਰਦੇ ਸੰਗਤਾਂ ਦੇ ਪਵਿੱਤਰ ਹੋ ਰਹੇ ਹਨ। ਗੁਰੂ ਘਰ ਦੀ ਕੀਰਤੀ ਸੁਣਾ ਕਰਕੇ ਬਾਬਾ ਬਿਧੀ ਚੰਦ ਜੀ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਨਾਲ ਜੋੜ ਰਹੇ ਹਨ। ਔਰ ਸੰਗਤਾਂ ਦੇ ਵਿੱਚ ਬਾਬਾ ਬਿਧੀ ਚੰਦ ਜੀ ਤੋਂ ਬਚਨ ਸੁਣ ਕੇ ਤੇ ਉਹ ਜਿਹੜੇ ਮਨੁੱਖ ਸਨ ਉਹਨਾਂ ਦੇ ਜੀਵਨ ਪਵਿੱਤਰ ਹੋ ਗਏ, ਉਹ ਦੇਵਤਿਆਂ ਦੇ ਵਾਂਗ ਬਣ ਗਏ। ਉਹਨਾਂ ਦੇ ਹਿਰਦਿਆਂ ਦੇ ਵਿੱਚ ਦਇਆ ਪੈਦਾ ਹੋ ਗਈ ਹੈ। ਕਹਿਣ ਲੱਗੇ ਦਇਆ, ਦਇਆ ਧਰਮ ਦੀ ਮਾਂ ਹੈ। ਧੌਲ ਧਰਮ ਦਇਆ ਕਾ ਪੂਤ। ਸਭ ਤੋਂ ਪਹਿਲਾਂ ਮਨੁੱਖ ਦੇ ਅੰਦਰ ਦਇਆਲੂ ਜਿਹੜਾ ਸੁਭਾਅ ਹੈ ਉਹ ਹੋਣਾ ਚਾਹੀਦਾ ਹੈ।
ਦਿਆਲੂ ਸੁਭਾਅ ਤੋਂ ਬਿਨਾਂ ਮਨੁੱਖ ਭੋਰਾ ਵੀ ਧਰਮੀ ਨਹੀਂ ਹੋ ਸਕਦਾ, ਥੋੜ੍ਹਾ ਵੀ ਗੁਰੂ ਦੇ ਚਰਨਾਂ ਦੇ ਨਾਲ ਜੁੜ ਨਹੀਂ ਸਕਦਾ। ਤੇ ਬਾਬਾ ਬਿਧੀ ਚੰਦ ਜੀ ਤੋਂ ਗੁਰੂ ਘਰ ਦੀ ਕੀਰਤੀ ਸੁਣ ਸੁਣ ਕੇ ਸੰਗਤਾਂ ਦੇ ਮਨ ਦੇ ਵਿੱਚ ਦਇਆ ਤੇ ਖਿਮਾ ਤੋਂ ਭਾਵ ਹੈ ਕਿ ਗੁਰੂ ਕੇ ਚਰਨਾਂ ਦੇ ਵਿੱਚ ਆ ਕਰਕੇ ਤੌਬਾ ਕਰਨੀ, ਆਪਣੇ ਕੀਤੇ ਹੋਏ ਜਿਹੜੇ ਗੁਨਾਹ ਭੁੱਲਾਂ ਬਖਸ਼ਾਉਣੀਆਂ ਤੇ ਅਗਾਂਹ ਤੋਂ ਪ੍ਰਣ ਕਰਨਾ, ਹੇ ਪਾਤਸ਼ਾਹ ਮੈਂ ਧਰਮ ਦੇ ਰਸਤੇ 'ਤੇ ਚੱਲਾਂਗਾ, ਗੁਨਾਹ ਨਹੀਂ ਕਰਾਂਗਾ, ਪਿਛਲੇ ਅਵਗੁਣਾਂ ਦੀ ਖਿਮਾ ਮੰਗਣੀ, ਭੁੱਲ ਬਖਸ਼ਾਉਣੀ, ਮੁਆਫੀ ਮੰਗਣੀ। ਤੇ ਕਹਿਣ ਲੱਗੇ ਸੰਗਤ ਦੇ ਮਨ ਦੇ ਵਿੱਚ ਦਇਆ, ਖਿਮਾ ਤੇ ਸੁੱਚ, ਹਿਰਦੇ ਪਵਿੱਤਰ ਹੋ ਗਏ, ਮਨ ਸਾਫ਼ ਹੋ ਗਏ, ਧਰਮ ਵਾਲੇ ਗੁਣ ਅੰਦਰ ਪੈਦਾ ਹੋ ਗਏ, ਵਹਿਮ ਭਰਮ ਇਤਿਆਦਿਕ ਸਾਰਾ ਕੁਝ ਖਤਮ ਹੋ ਗਿਆ ਤੇ ਸੱਚ ਦੇ ਨਾਲ ਜੁੜ ਗਏ, ਅੰਦਰੋਂ ਪਵਿੱਤਰ ਹੋ ਗਏ ਹਨ। ਤੇ ਕਹਿਣ ਲੱਗੇ ਸੰਜਮ ਦਾ ਅਰਥ ਹੈ ਕੰਟਰੋਲ, ਆਪਣੇ ਜੀਵਨ ਨੂੰ ਗੁਰੂ ਕੀ ਮਰਿਆਦਾ ਦੇ ਵਿੱਚ ਰੱਖਣਾ, ਮਰਿਆਦਾ ਦੇ ਵਿੱਚ ਢਾਲ ਲੈਣਾ, ਧਰਮ ਦੇ ਅਨੁਸਾਰ ਚੱਲਣਾ, ਗੁਰੂ ਦੇ ਹੁਕਮ ਦੇ ਵਿੱਚ ਰਹਿਣਾ, ਗੁਰੂ ਦੇ ਹੁਕਮ ਦੇ ਅੰਦਰ ਰਹਿਣਾ। ਕਹਿਣ ਲੱਗੇ ਦਇਆ, ਖਿਮਾ, ਸੁੱਚ, ਸੰਜਮ, ਧੀਰਜ, ਜੋ ਵੀ ਕੁਛ ਹੈ ਭਲਾ ਹੈ, ਜੋ ਮਾਲਕ ਦੇ ਰਿਹਾ ਹੈ, ਜੋ ਪਰਮੇਸ਼ਰ ਕਰ ਰਿਹਾ ਹੈ ਉਹ ਠੀਕ ਹੈ। ਧੀਰਜ ਦੇ ਵਿੱਚ ਰਹਿਣਾ, ਸ਼ਾਂਤੀ ਦੇ ਵਿੱਚ ਰਹਿਣਾ, ਇਹ ਜਿਹੜੇ ਗੁਣ ਬਾਬਾ ਬਿਧੀ ਚੰਦ ਜੀ ਦੇ ਕੋਲ ਬੈਠ ਕਰਕੇ, ਗੁਰਬਾਣੀ ਨੂੰ ਪੜ੍ਹ ਕੇ, ਸਿਮਰਨ ਕਰਕੇ, ਗੁਰੂ ਘਰ ਦੇ ਬਚਨ ਸੁਣ ਸੁਣ ਕੇ ਸੰਗਤਾਂ ਦੇ ਮਨ ਦੇ ਵਿੱਚ ਇਹ ਸਾਰੇ ਜਿਹੜੇ ਗੁਣ ਉਹ ਪੈਦਾ ਹੋਏ ਹਨ। ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਕਰਨ। ਆਪਾਂ ਵੀ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਬੈਠਦੇ ਹਾਂ, ਇਹ ਜਿਤਨਾ ਵੀ ਸਾਰਾ ਕੁਝ ਹੋ ਰਿਹਾ, ਗੁਰਬਾਣੀ ਪੜ੍ਹੀ ਜਾ ਰਹੀ ਹੈ, ਜਾਂ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ, ਜਾਂ ਗੁਰਬਾਣੀ ਦੀ ਕਥਾ ਵਿਚਾਰ ਹੋ ਰਹੀ ਹੈ, ਇਹਦਾ ਭਾਵ, ਇਹਦਾ ਮਤਲਬ ਇਹੀ ਹੈ ਕਿ ਸਾਡੇ ਅੰਦਰ ਗੁਣ ਪੈਦਾ ਹੋਣ ਤੇ ਸਾਡੇ ਅੰਦਰੋਂ ਔਗਣ ਨਾਸ਼ ਹੋਣ। ਜਿਸ ਤਰ੍ਹਾਂ ਉਹਨਾਂ ਸਿੱਖਾਂ ਦੇ ਔਗਣ ਨਾਸ਼ ਹੋਏ, ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕੀਤੇ ਆ, ਇਸੇ ਤਰ੍ਹਾਂ ਕਿਤੇ ਅਸੀਂ ਵੀ ਗੁਰੂ ਘਰ ਦੇ ਵਿੱਚ ਆਉਂਦੇ ਹਾਂ ਤੇ ਬਚਨ ਸੁਣ ਕਰਕੇ, ਦਰਸ਼ਨ ਦੀਦਾਰੇ ਕਰਕੇ, ਸਤਿਗੁਰਾਂ ਦੀ ਗੁਰਬਾਣੀ ਕੀਰਤਨ ਸੁਣ ਕਰਕੇ ਕਿਤੇ ਸਾਡੇ ਵੀ ਅੰਦਰੋਂ ਔਗਣ ਨਾਸ਼ ਹੋਣ। ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਕਰਨ। ਕਹਿਣ ਲੱਗੇ ਕਿ ਹੁਣ ਉਹ ਜਿਹੜੇ ਮਨੁੱਖ ਸਨ ਬਲਿਹਾਰੀ ਗੁਰ ਆਪਣੇ, ਦਿਓ ਹਾੜੀ ਸਦਵਾਰ। ਤੇ ਕਹਿਣ ਲੱਗੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰਬਾਣੀ ਐਸੀ ਹੈ, ਗੁਰੂ ਕੀ ਮਹਿਮਾ ਐਸੀ ਹੈ, ਜਿਹੜੀ ਝਾਟੀ ਮਾਨਸ ਤੋਂ ਇੱਕ ਸਧਾਰਨ ਬੰਦੇ ਤੋਂ ਦੇਵਤੇ ਬਣਾ ਦਿੰਦੀ ਹੈ, ਪਵਿੱਤਰ ਬਣਾ ਦਿੰਦੀ ਹੈ, ਜੀਵਨ ਉੱਚਾ ਹੋ ਜਾਂਦਾ ਹੈ। ਇਹ ਗੁਰੂ ਦੀ ਮਹਿਮਾ ਦਾ ਮਹੱਤਮ ਹੈ। ਬਾਬਾ ਬਿਧੀ ਚੰਦ ਜੀ ਦੇ ਕੋਲ ਬੈਠ ਕਰਕੇ ਬਹੁਤ ਆਮ ਸਧਾਰਨ ਜਿਹੜੇ ਪੁਰਸ਼ ਹਨ ਉਹ ਵੀ ਨਿਹਾਲ ਹੋ ਗਏ, ਤਰ ਗਏ ਹਨ। ਤੇ ਕਹਿਣ ਲੱਗੇ ਕਿ ਭਾਈ ਧਰਮ ਦਾ ਪ੍ਰਾਣ ਇਹ ਸੱਚ ਹੈ, ਸੱਚ ਦੇ ਨਾਲ ਜੁੜ ਜਾਣਾ, ਸੱਚੇ ਹੋ ਜਾਣਾ। ਤੇ ਕਹਿਣ ਲੱਗੇ ਕਿ ਭਾਈ ਇਹ ਧਰਮ ਦਾ ਬੀਜ ਹੈ, ਧਰਮ ਦੀ ਆਰੰਭਤਾ ਹੈ। ਤੇ ਮਨੁੱਖ ਸੱਚ ਦੇ ਨਾਲ ਜੁੜੇ, ਝੂਠ ਦਾ ਤਿਆਗ ਕਰੇ, ਕਿਰਤ ਕਮਾਈ ਕਰੇ ਤੇ ਮਾਲਕ ਦੇ ਚਰਨਾਂ ਦੇ ਨਾਲ ਜੁੜੇ। ਤੇ ਸਤਿਗੁਰਾਂ ਦੇ ਬਚਨ ਸੁਣ ਕਰਕੇ ਸੰਗਤਾਂ ਦੇ ਅੰਦਰ ਇਹ ਗੁਣ ਪੈਦਾ ਹੋਏ ਹਨ। ਸਿੱਖੀ ਨਿਰਮਲ ਸੰਤੋਸ਼। ਤੇ ਗੁਰੂ ਕੀ ਜਿਹੜੀ ਸਿੱਖੀ ਹੈ ਇਹ ਨਿਰਮਲ ਮਾਰਗ ਹੈ, ਇਹ ਪਵਿੱਤਰ ਹੈ, ਇਹਦੇ ਵਿੱਚ ਕੋਈ ਰਲੇਵਾਂ ਨਹੀਂ ਹੈ, ਇਹਦੇ ਵਿੱਚ ਕੋਈ ਵਹਿਮ ਨਹੀਂ ਹੈ, ਕੋਈ ਭਰਮ ਨਹੀਂ ਹੈ, ਕੋਈ ਦੁਬਿਧਾ ਨਹੀਂ ਹੈ, ਕਿਸੇ ਤਰ੍ਹਾਂ ਦਾ ਕੋਈ ਡਰਾ ਨਹੀਂ ਹੈ। ਇਹ ਤਾਂ ਜਿਹੜਾ ਕੋਈ ਜੁੜੇਗਾ ਉਹ ਪਵਿੱਤਰ ਹੋਏਗਾ, ਮਨਾਂ ਦੇ ਵਿੱਚੋਂ ਵਹਿਮ ਭਰਮ ਨਿਕਲਣਗੇ। ਤੇ ਕਹਿਣ ਲੱਗੇ ਕਿ ਗੁਰ ਸਿੱਖੀ ਨਿਰਮਲ। ਤੇ ਜਿਹੜਾ ਫਿਰ ਇਸ ਨਿਰਮਲ ਮਾਰਗ 'ਤੇ ਚੱਲਦਾ ਹੈ ਤੇ ਮਨ ਦੇ ਵਿੱਚ ਸੰਤੋਖ ਪੈਦਾ ਹੋ ਜਾਂਦਾ ਹੈ, ਮਨ ਦੇ ਵਿੱਚ ਸ਼ਾਂਤੀ ਆ ਜਾਂਦੀ ਹੈ। ਤੇ ਇਹ ਮਾਰਗ ਐਸਾ ਹੈ ਜਿਹੜਾ ਵੀ ਚੱਲਿਆ ਉਹਦਾ ਜੀਵਨ ਸਫਲ ਹੋਇਆ ਹੈ। ਸਦਾ ਗੁਰੂ ਕੇ ਰਹਿ ਭਰੋਸਾ। ਤੇ ਹੁਣ ਐਸੇ ਬਚਨ ਸੁਣ ਕਰਕੇ ਸੰਗਤਾਂ ਜਿਹੜੀਆਂ ਉਹਨਾਂ ਦੇ ਅੰਦਰ ਬਹੁਤ ਵੱਡਾ ਵਿਸ਼ਵਾਸ ਸੰਗਤ ਦੇ ਮਨ ਦੇ ਵਿੱਚ ਪੈਦਾ ਹੋਇਆ ਹੈ। ਗੁਰੂ ਕੀ ਸੰਗਤ ਹੁਣ
ਪਹਿਲਾਂ ਵੀ ਗੁਰੂ ਘਰ ਦੇ ਨਾਲ ਜੁੜੀ ਹੈ, ਪਰ ਬਾਬਾ ਬਿਧੀ ਚੰਦ ਜੀ ਦੇ ਆਉਣ ਕਰਕੇ, ਇਲਾਹੀ ਬਚਨ ਸੁਣਨ ਕਰਕੇ ਬਹੁਤ ਵੱਡਾ ਭਰੋਸਾ ਗੁਰੂ ਨਾਨਕ ਸਾਹਿਬ ਜੀ ਦੇ ਉੱਪਰ ਔਰ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਪਰ, ਅੰਮ੍ਰਿਤ ਗੁਰਬਾਣੀ ਦੇ ਉੱਪਰ, ਗੁਰੂ ਕੇ ਸਿੱਖਾਂ ਦਾ ਬਣਿਆ ਹੈ। ਤੇ ਇਹ ਸਾਰੇ ਗੁਣ ਗੁਰੂ ਘਰ ਦੇ ਜਾਂ ਧਰਮ ਦੇ ਬਾਬਾ ਬਿਧੀ ਚੰਦ ਜੀ ਸੰਗਤਾਂ ਨੂੰ ਸਮਝਾਏ ਹਨ, ਸਿਖਾਏ ਹਨ। ਤੇ ਸਾਰੇ ਗੁਣ ਸੰਗਤਾਂ ਨੇ ਆਪਣੇ ਹਿਰਦਿਆਂ ਦੇ ਵਿੱਚ ਪ੍ਰਪੱਖ ਕੀਤੇ ਹਨ, ਧਾਰਨ ਕਰ ਲਏ ਹਨ। ਤੇ ਮਨ ਦੇ ਵਿੱਚੋਂ ਬੇਕਾਰ ਵਾਧੂ ਦੇ ਜਿਹੜੇ ਕਰਮਕਾਰ ਸਨ, ਬੇਕਾਰ ਜਿਨ੍ਹਾਂ ਜਿਹੜੇ ਕਿਸੇ ਗਿਣਤੀ ਦੇ ਵਿੱਚ ਨਹੀਂ, ਜਿਹਦੇ ਵਿੱਚ ਕੋਈ ਭਲਾਈ ਨਹੀਂ ਹੈ, ਇਹ ਅੰਦਰਲੇ ਜਿਹੜੇ ਵਿਕਾਰ ਸਨ, ਗੁਰਮਤਿ ਦੇ ਬਚਨ ਸੁਣ ਕਰਕੇ ਅੰਦਰਲੇ ਵਿਕਾਰ ਅਤੇ ਦੁਬਿਧਾ ਨਾਸ਼ ਹੋ ਗਈ ਹੈ। ਗੁਰੂ ਕੇ ਬਚਨਾਂ ਦੇ ਨਾਲ ਪਵਿੱਤਰ ਮਨ ਸੰਗਤਾਂ ਦੇ ਹੋਏ ਹਨ। ਤੇ ਬਾਬਾ ਦੇ ਨਾਲ, ਗੁਰੂ ਘਰ ਦੀ ਕੀਰਤੀ ਦੇ ਨਾਲ, ਸਿਮਰਨ ਦੇ ਨਾਲ ਸੰਗਤਾਂ ਦੇ ਮਨਾਂ ਦੇ ਵਿੱਚ ਜਿਹੜੀ ਸਿੱਖੀ ਹੈ ਉਹ ਪੈਦਾ ਹੋਈ ਹੈ, ਸਿੱਖੀ ਉਪਜੀ ਹੈ। ਗੁਰਮਤਿ ਸਿੱਖਣ ਮੈਂ ਉਪਜਾਈ, ਦੁਰਮਤਿ ਮਤਸਰੇ ਆਦ ਵਟਾਈ। ਤੇ ਜਿਹੜੀ ਦੁਰਮਤ ਸੀਗੀ, ਭੈੜੀ ਮਤ ਸੀਗੀ, ਅੰਦਰਲੇ ਵਹਿਮ ਭਰਮ ਜਿਹੜੇ ਚਿਰਾਂ ਤੋਂ ਬਣੇ ਹੋਏ ਸਨ, ਵਾਧੂ ਦੇ ਕਰਮਕਾਂਡ, ਬਾਬਾ ਬਿਧੀ ਚੰਦ ਜੀ 1 ਮਹੀਨਾ ਉੱਥੇ ਰਹੇ ਹਨ, ਲਗਾਤਾਰ ਗੁਰਸਿੱਖੀ ਦਾ ਪ੍ਰਚਾਰ ਕੀਤਾ ਹੈ ਤੇ ਸਾਰੇ ਤਰ੍ਹਾਂ ਦੇ ਵਾਧੂ ਵਹਿਮ ਭਰਮ ਹਟਾ ਦਿੱਤੇ ਤੇ ਸ਼ੁੱਧ ਜਿਹੜਾ ਧਰਮ ਦਾ ਮਾਰਗ ਹੈ ਉਹ ਸੰਗਤਾਂ ਨੂੰ ਦੱਸਿਆ ਹੈ। ਤੇ ਇਸ ਤਰ੍ਹਾਂ ਸੰਗਤਾਂ ਨੇ ਕਹਿ ਕਰਕੇ ਵਾਰ-ਵਾਰ ਬੇਨਤੀ ਕਰ ਕਰਕੇ ਬਾਬਾ ਬਿਧੀ ਚੰਦ ਜੀ ਨੂੰ 1 ਮਹੀਨਾ ਕਹਿਣ ਲੱਗੇ, ਕਰ ਕਰ ਬਿਨੈ ਮਾਸ ਇੱਕ ਰਾਖਾ। 1 ਮਹੀਨਾ ਬਾਬਾ ਬਿਧੀ ਚੰਦ ਜੀ ਨੂੰ ਲਗਾਤਾਰ ਉੱਥੇ ਰੱਖਿਆ ਹੈ। ਤੇ ਬੜੇ ਸੁੰਦਰ ਆਦਰ ਮਾਣ ਤੇ ਤਰ੍ਹਾਂ ਤਰ੍ਹਾਂ ਦੇ ਭੋਜਨ ਤੇ ਸੋਹਣੇ ਆਸਣ ਬਾਬਾ ਬਿਧੀ ਚੰਦ ਜੀ ਵਾਸਤੇ ਸੰਗਤਾਂ ਲਾਉਂਦੀਆਂ ਹਨ। ਤੇ ਬਹੁਤ ਵੱਡੀ ਅਭਿਲਾਖਾ ਹੈ ਤੇ ਸੁੰਦਰ ਮਿੱਠੇ ਜਿਹੜੇ ਬਚਨ ਬਾਬਾ ਬਿਧੀ ਚੰਦ ਜੀ ਦੀ ਸਿਫਤ ਦੇ ਵਿੱਚ, ਵਡਿਆਈ ਦੇ ਵਿੱਚ ਸੰਗਤ ਕਰਦੀ ਹੈ। 6ਵੇਂ ਪਾਤਸ਼ਾਹ ਜੀ ਦੀ ਮਹਿਮਾ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਮਹਿਮਾ ਉੱਥੇ ਦੁਬਾਰਾ ਬਹੁਤ ਵੱਡੀ ਪ੍ਰਗਟ ਹੋਈ ਹੈ। ਤੇ ਹੁਣ ਬਾਬਾ ਬਿਧੀ ਚੰਦ ਜੀ ਨੇ ਵਾਰ-ਵਾਰ ਸੰਗਤਾਂ ਤੋਂ ਆਗਿਆ ਮੰਗੀ ਹੈ ਕਿ ਭਾਈ ਹੁਣ ਅਸੀਂ ਵਾਪਸ ਜਾਣਾ ਹੈ। ਔਰ ਸੰਗਤ ਨੇ ਫੇਰਾ ਗਮਨ ਹੇਤ ਬਹੁ ਬਾਰ ਉਚਰਿਓ। ਕਹਿਣ ਲੱਗੇ ਬਾਬਾ ਬਿਧੀ ਚੰਦ ਜੀ ਨੇ ਵਾਰ-ਵਾਰ ਜਦੋਂ ਇਸ ਤਰ੍ਹਾਂ ਸੰਗਤਾਂ ਨੂੰ ਕਿਹਾ ਹੈ ਤੇ ਫਿਰ ਸੰਗਤ ਨੇ ਬੜੇ ਅਦਬ ਦੇ ਨਾਲ, ਸਤਿਕਾਰ ਦੇ ਨਾਲ ਬਾਬਾ ਬਿਧੀ ਚੰਦ ਜੀ ਨੂੰ ਉਸ ਇਲਾਕੇ ਦੇ ਵਿੱਚੋਂ ਬੜੇ ਅਦਬ ਦੇ ਨਾਲ ਸਾਰੀ ਸੰਗਤ ਨੇ ਬਾਬਾ ਬਿਧੀ ਚੰਦ ਜੀ ਨੂੰ ਵਧਾਈਗੀ ਦਿੱਤੀ ਹੈ। ਔਰ ਉੱਥੋਂ ਆਉਣ ਤੋਂ ਪਹਿਲਾਂ ਗੁਰੂ ਘਰ ਦੇ ਵਿੱਚ ਵਾਸਤੇ ਬਹੁਤ ਵੱਡੀਆਂ ਭੇਟਾਵਾਂ ਸੰਗਤ ਨੇ ਅਰਪਿਤ ਕੀਤੀਆਂ ਹਨ। ਅਰਪੇ ਹਾਏ ਜਿਨ ਕੀਮਤ ਭਾਰੇ, ਬਹੁਤ ਵੱਡੀ ਕੀਮਤ ਵਾਲੇ ਤੇਜ ਤੇ ਮੈਂ ਬਾਬਾ ਬਿਧੀ ਸੁਣਾਇਆ ਹੈ। ਤੇ ਕਈ ਕੀਮਤੀ ਘੋੜੇ ਤੇ ਅਨੇਕਾਂ ਹੋਰ ਭੇਟਾਵਾਂ ਸੰਗਤਾਂ ਨੇ ਬਾਬਾ ਬਿਧੀ ਚੰਦ ਜੀ ਨੂੰ ਦਿੱਤੀਆਂ ਹਨ। ਤੇ ਜਿੱਥੇ ਬਹੁਤ ਸੁੰਦਰ ਬਸਤਰ, ਕਈ ਤਰ੍ਹਾਂ ਦੇ ਪਦਾਰਥ ਤੇ ਕਈ ਤਰ੍ਹਾਂ ਦੇ ਕੀਮਤੀ ਰਤਨ, ਸੋਨਾ ਚਾਂਦੀ ਤੇ ਅਨੇਕਾਂ ਘੋੜੇ ਜਿੱਥੇ ਬਖਸ਼ੇ ਹਨ, ਉੱਥੇ ਕੁਛ ਨੌਕਰ ਰਖਵਾਲੀ ਵਾਸਤੇ ਵੀ ਸੰਗਤਾਂ ਦੇ ਵੱਲੋਂ ਕੁਛ ਨਾਲ ਗੁਰੂ ਘਰ ਵਾਸਤੇ ਭੇਜੇ ਗਏ ਹਨ। ਜਾਂ ਜਿਸ ਤਰ੍ਹਾਂ ਦਾ ਪਾਤਸ਼ਾਹ ਜੀ ਦਾ ਉਸ ਵੇਲੇ ਦਾ ਹੁਕਮ ਸੀਗਾ ਕਿ ਭਾਈ ਜਿੱਥੇ ਸੰਗਤ ਕੇਵਲ ਭੇਟਾਵਾਂ ਲੈ ਕੇ ਆਉਂਦੀ ਹੈ, ਉੱਥੇ ਵੱਖਰੇ ਵੱਖਰੇ ਨਗਰਾਂ ਦੇ ਵਿੱਚੋਂ ਕੁਝ ਜਿਹੜੇ ਨੌਜਵਾਨ ਹਨ ਉਹ ਸਾਡੇ ਕੋਲ ਇੱਥੇ ਆ ਕੇ ਪੱਕੇ ਰਹਿਣ, ਸ਼ਸਤਰਧਾਰੀ ਹੋਣ, ਆਪਣੀਆਂ ਜਵਾਨੀਆਂ ਸਾਨੂੰ ਭੇਟਾ ਕਰਨ, ਇੱਥੇ ਆ ਕਰਕੇ ਹਮੇਸ਼ਾ ਵਾਸਤੇ ਰਹਿਣ। ਤੇ ਕੁਝ ਫਿਰ ਸੰਗਤ ਵਿੱਚੋਂ ਕੁਝ ਗੁਰਮੁਖ ਪਿਆਰੇ ਨਾਲ ਤਿਆਰ ਹੋਏ ਗੁਰੂ ਘਰ ਦੇ ਵਿੱਚ ਹਮੇਸ਼ਾ ਵਾਸਤੇ ਰਹਿਣ ਵਾਸਤੇ।
ਸੰਗਤ ਕੁਝ ਨਾਲ ਚੱਲੀ ਹੈ। ਬਹੁ ਸਮਾਜ ਲੈ ਚੜਿਓ ਜਹਾਜੂ। ਤੇ ਵੱਡੀ ਗਿਣਤੀ ਦੇ ਵਿੱਚ ਉੱਥੋਂ ਫਿਰ ਬਾਬਾ ਬਿਧੀ ਚੰਦ ਜੀ ਕੁਝ ਗੁਰਮੁਖਾਂ ਨੂੰ ਹੋਰ ਨਾਲ ਲੈ ਕਰਕੇ, ਜਿਨ੍ਹਾਂ ਨੇ ਇੱਛਾ ਜਤਾਈ ਹੈ ਕਿ ਅਸੀਂ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰਹਿਣਾ ਹੈ ਹਮੇਸ਼ਾ, ਤੇ ਕੁਝ ਗੁਰੂ ਕੇ ਦਰਸ਼ਨਾਂ ਵਾਸਤੇ ਆਏ ਹਨ। ਬਹੁ ਅੱਜ ਇੱਕ ਵੱਡਾ ਲੈ ਚੜਿਓ ਜਹਾਜੂ। ਹੁਣ ਇਹ ਟਾਪੂ ਸੀਗਾ, ਇੱਕ ਟਾਪੂ ਜਿੱਥੇ ਬਾਬਾ ਬਿਧੀ ਚੰਦ ਜੀ ਗਏ ਸਨ, ਤੇ ਉਸ ਟਾਪੂ ਤੋਂ ਰਾਹੀਂ, ਜੈਸੇ ਉਹ ਪੁਰਾਣੇ ਸਮੇਂ ਦੇ ਵਿੱਚ ਜਹਾਜ਼ ਹੁੰਦੇ ਸਨ, ਉਹਨਾਂ ਦੇ ਰਾਹੀਂ ਘੋੜੇ ਲੱਦ ਕਰਕੇ ਤੇ ਸਾਰਾ ਸਮਾਨ ਲੈ ਕਰਕੇ ਸੰਗਤ ਵਾਪਸ ਬਾਬਾ ਬਿਧੀ ਚੰਦ ਜੀ ਆਏ ਹਨ। ਤੇ ਕਹਿਣ ਲੱਗੇ ਕਿ ਹੁਣ ਪਾਰਲੇ ਪਾਸੇ ਆ ਕਰਕੇ ਉਤਰ ਕਰਕੇ ਬਾਬਾ ਬਿਧੀ ਚੰਦ ਜੀ ਸਾਰਿਆਂ ਦੇ ਸਮੇਤ ਵਾਪਸ ਪਰਤੇ ਹਨ। ਤੇ ਬਾਬਾ ਬਿਧੀ ਚੰਦ ਜੀ ਚੱਲਦੇ ਹੋਏ ਵੱਡੀਆਂ ਭੇਟਾਵਾਂ ਲੈ ਕਰਕੇ ਤੇ ਲੰਮਾ ਸਮਾਂ ਦੂਰ ਨੇੜੇ ਗੁਰੂ ਕੀ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਵਾਪਸ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬਾਬਾ ਬਿਧੀ ਚੰਦ ਜੀ ਵਾਪਸ ਪਹੁੰਚੇ ਹਨ। ਤੇ ਹੁਣ ਬਹੁਤ ਕੀਮਤੀ ਭੇਟਾਵਾਂ ਜਿਹੜੀਆਂ ਸਨ ਦੂਰ ਦੀਆਂ ਸੰਗਤਾਂ ਨੇ ਸਤਿਗੁਰਾਂ ਦੇ ਵਾਸਤੇ ਭੇਜੀਆਂ ਹਨ, ਤੇ ਬੜੇ ਅਦਬ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲਿਆ ਕਰਕੇ ਬਾਬਾ ਬਿਧੀ ਚੰਦ ਜੀ ਰੱਖਦੇ ਹਨ। ਤੇ ਹੁਣ ਪਰਿਓ ਚਰਨ ਪਰ ਬੰਧਨ ਠਾਨੀ, ਕਹਿਣ ਲੱਗੇ ਕਿ ਬੜੇ ਅਦਬ ਦੇ ਨਾਲ ਬਾਬਾ ਬਿਧੀ ਚੰਦ ਜੀ ਲੰਬਾ ਸਮਾਂ ਬਾਹਰ ਗੁਜ਼ਾਰ ਕੇ ਆਏ ਹਨ, ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਆ ਕਰਕੇ ਬੰਦਨਾ ਕੀਤੀ ਹੈ। ਆ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬਾਬਾ ਬਿਧੀ ਚੰਦ ਜੀ ਝੁਕੇ ਹਨ, ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬਿਧੀ ਚੰਦ ਜੀ ਨੇ ਬਹੁਤ ਵੱਡਾ ਪ੍ਰਚਾਰ ਕੀਤਾ ਹੈ। ਤੇ ਦੇਖ ਕਰਕੇ ਸਤਿਗੁਰੂ ਜੀ ਮੁਸਕਰਾਏ ਤੇ ਬਾਬਾ ਬਿਧੀ ਚੰਦ ਜੀ ਨੂੰ ਆਸ਼ੀਰਵਾਦ ਬਖਸ਼ ਰਹੇ ਹਨ। ਇਹ ਬਾਬਾ ਬਿਧੀ ਚੰਦ ਜੀ ਬੇਅੰਤ ਸੰਗਤਾਂ ਨੂੰ ਸਿੱਧੇ ਮਾਰਗ ਤੇ ਤੋਰਿਆ ਹੈ, ਪ੍ਰਚਾਰ ਕੀਤਾ ਹੈ, ਗੁਰੂ ਘਰ ਦੇ ਨਾਲ ਜੋੜ ਕੇ ਜੀਵਾਂ ਦਾ ਭਲਾ ਕੀਤਾ ਹੈ। ਇਹ ਬਾਬਾ ਬਿਧੀ ਚੰਦ ਜੀ, ਤੁਹਾਡਾ ਵੀ ਜਿਹੜਾ ਜਨਮ ਹੈ, ਜਨਮ ਧਨ ਜਗ ਭਇਓ ਤੁਹਾਰਾ, ਤੁਹਾਡਾ ਵੀ ਸੰਸਾਰ ਦੇ ਵਿੱਚ ਆਉਣਾ ਧਨ ਹੈ। ਤੁਹਾਡੇ ਰਾਹੀਂ ਬੇਅੰਤ ਸੰਗਤ ਹੋਰ ਗੁਰੂ ਕੇ ਚਰਨਾਂ ਦੇ ਨਾਲ ਜੁੜੀ ਹੈ, ਦੂਰ ਨੇੜੇ ਜਾ ਕਰਕੇ ਤੁਸੀਂ ਪ੍ਰਚਾਰ ਕੀਤਾ ਹੈ। ਤੇ ਹਮੇਸ਼ਾ ਹੀ ਜਦੋਂ ਵੀ ਲੋੜ ਪਈ ਹੈ ਤੇ ਗੁਰੂ ਘਰ ਦੇ ਵੱਡੇ ਕਾਰਜ ਤੁਸਾਂ ਕੀਤੇ ਅੱਗੇ ਹੋ ਕਰਕੇ, ਭਾਵੇਂ ਕੋਈ ਜੰਗ ਦਾ ਸਮਾਂ ਸੀਗਾ, ਜੰਗ ਦੇ ਵਿੱਚ ਸਤਿਗੁਰਾਂ ਦੀ ਫੌਜ ਵੱਲੋਂ ਬਾਬਾ ਬਿਧੀ ਚੰਦ ਜੀ ਅਗਵਾਈ ਕਰ ਰਹੇ ਹਨ। ਕਦੇ ਘੋੜੇ ਕੱਢ ਕੇ ਲੈ ਕਰਕੇ ਆਉਂਦੇ ਹਨ ਬਾਦਸ਼ਾਹ ਦੇ ਕਿਲੇ ਦੇ ਵਿੱਚੋਂ। ਇਸੇ ਤਰ੍ਹਾਂ ਸਮੇਂ-ਸਮੇਂ ਦੇ ਨਾਲ ਵੱਡੇ ਜਿਹੜੇ ਕਾਰਜ ਬਾਬਾ ਬਿਧੀ ਚੰਦ ਜੀ ਕਰਦੇ ਹਨ। ਤੇ ਸਭ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ, ਹੈ ਬਾਬਾ ਬਿਧੀ ਚੰਦ ਜੀ, ਸਮੇਂ-ਸਮੇਂ ਦੇ ਨਾਲ ਬਹੁਤ ਵੱਡੀਆਂ ਸੇਵਾਵਾਂ ਤੁਸੀਂ ਕਰ ਰਹੇ ਹੋ। ਤੇ ਸਤਿਗੁਰਾਂ ਤੋਂ ਆਸ਼ੀਰਵਾਦ ਪ੍ਰਾਪਤ ਕਰਕੇ ਬਾਬਾ ਬਿਧੀ ਚੰਦ ਜੀ ਆਨੰਦਿਤ ਹੋਏ ਹਨ। ਤੇ ਬੜੇ ਅਦਬ ਦੇ ਨਾਲ ਸਭ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨੂੰ ਪਰਸਦੇ ਹਨ। ਵਾਰ-ਵਾਰ ਬਾਬਾ ਬਿਧੀ ਚੰਦ ਜੀ ਨਮਸਕਾਰਾਂ ਕਰ ਰਹੇ ਹਨ। हे ਪਾਤਸ਼ਾਹ, ਅਸਲ ਦੇ ਵਿੱਚ ਇਹ ਸਾਰੀ ਕਿਰਪਾ ਤੁਹਾਡੀ ਹੈ, ਬਖਸ਼ਿਸ਼ ਮਿਹਰ ਤੁਹਾਡੀ ਹੈ। ਤੁਸੀਂ ਹੱਥ ਰੱਖ ਕੇ ਨਿਮਾਣੇ ਨਾਮਾਂ ਲੈ ਰਹੇ ਹੋ। ਪਾਤਸ਼ਾਹ ਜੀ, ਕਰਨ ਕਰਾਉਣ ਵਾਲੇ ਤਾਂ ਸਾਰਾ ਕੁਝ ਤੁਸੀਂ ਆਪ ਹੋ। ਤੇ ਮੈਂ ਨਿਮਾਣੇ ਨੇ, ਗਰੀਬ ਨੇ ਕੀ ਕਰਨਾ ਹੈ? ਮੈਂ ਕਿਸ ਯੋਗ, ਕੀ ਮੇਰੇ ਵਿੱਚ ਯੋਗਤਾ ਹੈ? ਇਹ ਤਾਂ ਸਤਿਗੁਰੂ ਜੀ ਤੁਹਾਡੀ ਬਖਸ਼ਿਸ਼ ਹੈ, ਤੁਹਾਡਾ ਆਸ਼ੀਰਵਾਦ ਹੈ, ਜਿਹਦੇ ਕਰਕੇ ਇਹ ਕਾਰਜ ਹੋਏ ਹਨ। ਤੇ ਜਿਤਨਾ ਵੀ ਵਸਤਰ ਤੇ ਹੋਰ ਅਨੇਕਾਂ ਤਰ੍ਹਾਂ ਦਾ ਕੀਮਤੀ ਜਿਹੜਾ ਸਮਾਨ ਹੈ, ਭੇਟਾਵਾਂ ਦੂਰ ਤੋਂ ਬਾਬਾ ਬਿਧੀ ਚੰਦ ਜੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲੈ ਕਰਕੇ ਆਏ ਸਨ। ਤੇ ਸਾਰੀਆਂ ਢੇਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਲਾ ਦਿੱਤੇ ਗਏ ਹਨ। ਇਹ ਪਾਤਸ਼ਾਹ,
ਇਹ ਭੇਟਾਵਾਂ ਸੰਗਤਾਂ ਨੇ ਬੜੇ ਅਦਬ ਦੇ ਨਾਲ ਆਪਣਾ ਦਸਵੰਧ, ਇਹ ਕੀਮਤੀ ਚੀਜ਼ਾਂ ਜਾਂ ਸੋਹਣੇ ਬਸਤਰ, ਹੇ ਸਤਿਗੁਰੂ ਜੀ, ਇਸ ਆਪ ਜੀ ਦੇ ਚਰਨਾਂ ਦੇ ਵਿੱਚ ਭਾਵਨਾ ਦੇ ਨਾਲ ਇਹ ਭੇਟਾਵਾਂ ਭੇਜੀਆਂ ਹਨ। ਬਾਬਾ ਬਿਧੀ ਚੰਦ ਜੀ ਨੇ ਸਾਰਾ ਕੁਛ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰੱਖਿਆ ਹੈ। ਤੇ ਬਹੁਤ ਸੁੰਦਰ ਤੇ ਤੇਜ ਜਿਹੜੇ ਘੋੜੇ ਸਨ ਸੰਗਤਾਂ ਵੱਲੋਂ ਭੇਟ ਕੀਤੇ ਹੋਏ, ਉਹ ਵੀ ਬਾਬਾ ਬਿਧੀ ਚੰਦ ਜੀ ਨੇ ਕੋਲ ਲਿਆ ਕਰਕੇ ਛੇਵੇਂ ਪਾਤਸ਼ਾਹ ਸਤਿਗੁਰਾਂ ਨੂੰ ਦਿਖਾਏ ਹਨ। ਔਰ ਫਿਰ ਅਦਬ ਦੇ ਨਾਲ ਸਤਿਗੁਰਾਂ ਤੋਂ ਆਸ਼ੀਰਵਾਦ ਪ੍ਰਾਪਤ ਕਰਕੇ ਬਾਬਾ ਬਿਧੀ ਚੰਦ ਜੀ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜੇ ਹਨ, ਬੰਦਨਾ ਕੀਤੀ ਹੈ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜੇ ਪਿਆਰ ਦੇ ਵਿੱਚ ਆ ਕਰਕੇ ਕਹਿਣ ਲੱਗੇ, ਬਾਬਾ ਬਿਧੀ ਚੰਦ ਜੀ ਨੂੰ ਬਾਂਹ ਤੋਂ ਪਕੜ ਕਰਕੇ ਗਹਿ ਭੁਜ ਪ੍ਰਭ ਨਿਜ ਕੰਠ ਲਗਾਇਓ। ਜੋ ਵੀ ਭਾਵਨਾ ਦੇ ਨਾਲ ਗੁਰੂ ਘਰ ਦੇ ਨਾਲ ਜੁੜਦਾ ਹੈ, ਜਿਸ ਤਰ੍ਹਾਂ ਆਪਾਂ ਹੁਣੇ ਬਚਨ ਕਰ ਰਹੇ ਸੀ ਕਿ ਗੁਨਾਹਾਂ ਤੋਂ ਤੌਬਾ ਮੰਗਦਾ ਹੈ, ਖਿਮਾ ਤੋਂ ਭਾਵ ਹੈ ਗੁਨਾਹ ਹਮੇਸ਼ਾ ਵਾਸਤੇ ਤਿਆਗ ਦੇਣੇ। ਬਾਬਾ ਬਿਧੀ ਚੰਦ, ਆਪਾਂ ਕਈ ਵਾਰੀ ਬਚਨ ਸਾਂਝੇ ਕਰਦੇ ਹਾਂ ਕਿ ਪਹਿਲਾਂ ਚੋਰ ਸਨ, ਡਾਕੂ ਸਨ, ਬੜੀਆਂ ਚੋਰੀਆਂ ਕਰਦੇ ਸਨ। ਜਦੋਂ ਦੇ ਗੁਰੂ ਘਰ ਦੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜੇ ਹਨ, ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਹਨ, ਤੌਬਾ ਕਰ ਲਈ, ਖਿਮਾ ਮੰਗ ਲਈ, ਪਿਛਲੇ ਗੁਨਾਹ ਛੱਡ ਦਿੱਤੇ ਹਨ। ਤੇ ਸਤਿਗੁਰੂ ਜੀ ਖੁਸ਼ ਹੋਏ, ਪ੍ਰਸੰਨ ਹੋਏ ਤੇ ਬਾਬਾ ਬਿਧੀ ਚੰਦ ਜੀ ਨੂੰ ਆਪਣੇ ਕੰਠ ਦੇ ਨਾਲ ਲਾਇਆ ਹੈ। ਜਿਹੜਾ ਭਾਵਨਾ ਦੇ ਨਾਲ ਆਏ, ਜੋ ਸ਼ਰਨ ਆਵੇ, ਜੋ ਗਰੀਬ ਹੋ ਕਰਕੇ, ਨਿਮਾਣਾ ਹੋ ਕਰਕੇ, ਦਾਸ ਬਣ ਕੇ, ਝੁਕ ਕੇ ਗੁਰੂ ਕੇ ਚਰਨਾਂ ਦੇ ਵਿੱਚ ਆ ਜਾਵੇ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹੋ ਬਿਰਧ ਸੁਆਮੀ ਸੰਦਾ। ਪਰਮੇਸ਼ਰ ਦਾ, ਗੁਰੂ ਸਾਹਿਬਾਨਾਂ ਦਾ ਮੁੱਢ ਕਦੀਮਾ ਤੋਂ ਸੁਭਾਅ ਹੈ। ਇਹ ਗੁਣ ਹੈ ਕਿ ਜਿਹੜਾ ਵੀ ਨਿਮਰਤਾ ਦੇ ਨਾਲ ਆਉਂਦਾ ਹੈ, ਸਤਿਗੁਰੂ ਜੀ ਆਪਣੇ ਕੰਠ ਦੇ ਨਾਲ ਲਾਉਂਦੇ ਹਨ ਤੇ ਨਿਵਾਜਦੇ ਹਨ, ਬਖਸ਼ਿਸ਼ਾਂ ਕਰਦੇ ਹਨ। ਹੁਣ ਬਾਬਾ ਬਿਧੀ ਚੰਦ ਜੀ ਨੂੰ ਬੜੇ ਅਦਬ ਦੇ ਨਾਲ ਪਾਤਸ਼ਾਹ ਜੀ ਨੇ ਆਪਣੇ ਕੰਠ ਦੇ ਨਾਲ ਲਾ ਕਰਕੇ ਨਿਵਾਜਿਆ ਹੈ। ਔਰ ਵੱਡਾ ਗਿਆਨ ਜਿਹੜਾ ਹੈ ਗੁਰੂ ਘਰ ਦਾ, ਮਨ ਦੇ ਵਿੱਚ ਸ਼ਾਂਤੀ ਟਿਕਾਓ। ਬਾਬਾ ਬਿਧੀ ਚੰਦ ਜੀ ਦੀ ਉੱਚੀ ਅਵਸਥਾ ਹੋਈ ਹੈ ਤੇ ਬੰਦਗੀ ਦੇ ਵਿੱਚ ਮਨ ਲੱਗਿਆ ਹੈ ਤੇ ਬ੍ਰਹਮ ਗਿਆਨਤਾ ਦੀ ਅਵਸਥਾ ਪ੍ਰਾਪਤ ਹੋਈ ਹੈ। ਤੇ ਬੜੀ ਪ੍ਰਸੰਨਤਾ ਦੇ ਨਾਲ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬਿਧੀ ਚੰਦ ਨੂੰ ਹਮੇਸ਼ਾ ਹੀ ਆਪਣੇ ਨਾਲ ਰੱਖਦੇ ਸਨ। ਤੇ ਜਿਹੜੇ ਵੀ ਮਨ ਦੇ ਵਿੱਚ ਕੋਈ ਵਿਚਾਰ ਹੁੰਦੀ ਸੀਗੀ, ਉਹ ਜਿਸ ਤਰ੍ਹਾਂ ਨੇੜਲੇ ਸਿੱਖਾਂ ਦੇ ਨਾਲ ਹੀ ਸਾਂਝੀ ਕੀਤੀ ਜਾਂਦੀ ਸੀ, ਹਰੇਕ ਦੇ ਨਾਲ ਨਹੀਂ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਹਰ ਤਰ੍ਹਾਂ ਦੇ ਬਚਨ ਬਾਬਾ ਬਿਧੀ ਚੰਦ ਜੀ ਨਾਲ ਸਾਂਝੇ ਕਰਦੇ ਸਨ। ਸਤਿਗੁਰੂ ਜੀ ਬਾਬਾ ਬਿਧੀ ਚੰਦ ਜੀ ਨੂੰ ਕੋਲ ਰੱਖਦੇ ਸਨ। ਜਿੱਥੇ ਬਾਬਾ ਬਿਧੀ ਚੰਦ ਜੀ ਨੇ ਅਨੇਕਾਂ ਹੋਰ ਕਾਰਜ ਵੱਡੇ ਕੀਤੇ ਹਨ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਹਿ ਕਰਕੇ, ਉੱਥੇ ਬਹੁਤ ਵੱਡਾ ਜਿਹੜਾ ਪ੍ਰਚਾਰ ਹੈ ਉਹ ਵੀ ਸਮੇਂ-ਸਮੇਂ ਦੇ ਨਾਲ ਬਾਬਾ ਬਿਧੀ ਚੰਦ ਜੀ ਕਰਦੇ ਰਹੇ ਤੇ ਸਤਿਗੁਰਾਂ ਤੋਂ ਖੁਸ਼ੀਆਂ ਪ੍ਰਾਪਤ ਕਰਦੇ ਰਹੇ। ਸਮਾਂ ਸਮਾਪਤ ਹੈ। ਆਪ ਸਮੂਹ ਸੰਗਤ ਦਾ ਸ਼ੁਕਰਾਨਾ ਧੰਨਵਾਦ। ਭਾਵਨਾ ਸਹਿਤ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਜੀ ਰਹਿਮਤ ਕਰਨ, ਕਿਰਪਾ ਕਰਨ। ਜਿੱਥੇ ਅਸੀਂ ਬੜੇ ਤਰ੍ਹਾਂ ਦੇ ਪਦਾਰਥ ਹੋਰ ਮੰਗਦੇ ਹਾਂ, ਸਤਿਗੁਰੂ ਜੀ ਗੁਰ ਸਿੱਖੀ ਵਾਲਾ ਜੀਵਨ ਵੀ ਸਾਨੂੰ ਬਖਸ਼ਿਸ਼ ਕਰਕੇ ਨਿਹਾਲ ਕਰਨ, ਸੇਵਾ ਤੇ ਸਿਮਰਨ ਦੀ ਦਾਤ ਬਖਸ਼ਿਸ਼ ਕਰਨ। ਆਓ, ਬੜੇ ਗੁਰਮੁਖ ਪਿਆਰੇ ਕਈ ਵਾਰ ਬੇਨਤੀ ਕਰਦੇ ਨੇ ਕਿ ਭਾਈ ਸਾਹਿਬ ਜੀ ਸਿਮਰਨ ਦਾ ਜਿਹੜਾ ਸਮਾਂ ਹੈ ਉਹ ਥੋੜ੍ਹਾ ਜਿਹਾ ਹੋਰ ਵਧਾ ਦਿਓ। ਬੜਾ ਆਨੰਦ ਆਉਂਦਾ ਹੈ, ਘਰਾਂ ਦੇ ਵਿੱਚ ਸਿਮਰਨ ਹੁੰਦਾ ਨਹੀਂ, ਕੋਈ ਮਾਹੌਲ ਬਣਦਾ ਨਹੀਂ ਹੈ। ਚਲੋ ਇੱਥੇ ਕੁਝ ਕੁ ਸਮਾਂ ਬੈਠ ਕੇ ਸਿਮਰਨ ਕਰ ਲਈਦਾ ਹੈ, ਤੇ ਪਰ ਇਹ ਕਥਾ ਦਾ ਸਮਾਂ ਹੋਣ ਕਰਕੇ ਚਲੋ ਜਿਤਨਾ ਵੀ ਆਪਾਂ ਨੂੰ ਲਾਹਾ ਪ੍ਰਾਪਤ ਹੁੰਦਾ ਹੈ ਉਤਨਾ ਹੀ ਭਲਾ ਹੈ। ਆਓ ਕੁਝ ਕੁ ਸਮੇਂ ਵਾਸਤੇ ਆਪਾਂ ਸਿਮਰਨ ਦੇ ਨਾਲ ਜੁੜਾਂਗੇ। ਭਾਵਨਾ ਸਹਿਤ ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰਕੇ ਆਪਣੀ ਰਸਨਾ ਤੋਂ ਉਚਾਰਨ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਬਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।